ਪੰਚੋਪਚਾਰ ਪੂਜੇ ਸਰਬ ਲੋਹੰ। ਮਹਾਰਾਜ ਕਲਗੀਧਰ ਜੀ ਕਹਿੰਦੇ ਪੂਜਾ ਦੀ ਵਿਧੀ ਕੀ ਹੈ? ਪੰਚੋਪਚਾਰ। ਇਹ ਜਦੋਂ ਗੁਰੂ ਖਾਲਸਾ ਜੀ ਦੋ ਸ਼ਬਦਾਂ ਨੂੰ ਜੁਦਾ ਕਰਾਂਗੇ ਤਾਂ ਬਣ ਜਾਏਗਾ ਪੰਚ ਉਪਚਾਰ। ਉਪਚਾਰ ਦਾ ਅਰਥ ਹੁੰਦਾ ਇਹ ਯਤਨ। ਪੰਜ ਪ੍ਰਕਾਰ ਦੇ ਯਤਨ ਕਰਕੇ ਸਰਬਲੋ ਅਵਤਾਰ ਦੀ ਪੂਜਾ ਕਰੇ ਗੁਰੂ ਖਾਲਸਾ ਜੀ। ਉਹ ਯਤਨ ਕਿਹੜੇ ਨੇ? ਉਹ ਪੂਜਾ ਦੇ ਪੰਜ ਢੰਗ ਨੇ ਜਿਨ੍ਹਾਂ ਵਿੱਚ ਗੁਰੂ ਖਾਲਸਾ ਜੀ ਸਹੰਸਰ ਨਾਮਾ ਆਉਂਦਾ ਹੈ, ਦੂਜਾ ਕਵਚ ਹੈ, ਤੀਜਾ ਅਸਤੋਤਰ ਹੈ, ਚੌਥਾ ਗੀਤਾ ਹੈ ਤੇ ਪੰਜਵਾਂ ਹਿਰਦਿਓਂ ਧਿਆਨ ਕਰਨਾ ਹੈ। ਗੁਰੂ ਖਾਲਸਾ ਜੀ ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚ ਜਿੱਥੇ ਗੁਰੂ ਖਾਲਸਾ ਜੀ ਅਵਤਾਰਾਂ ਦਾ ਵਿਖਿਆਨ ਆਉਂਦਾ ਹੈ, ਅਵਤਾਰਾਂ ਦੇ ਨਾਮ ਲੈ ਲੈ ਕੇ ਸਰਬਲੋ ਭਗਵਾਨ ਦੀ ਸਤੁਤੀ ਕਲਗੀਧਰ ਪਾਤਸ਼ਾਹ ਜੀ ਕਰਦੇ ਹਨ। ਭਾਵ ਜਿੱਥੇ ਗੁਰਗਾਦੀ ਨਾਮਾ ਆਉਂਦਾ ਹੈ ਉਸ ਤੋਂ ਪਹਿਲਾਂ ਗੁਰੂ ਖਾਲਸਾ ਜੀ ਨਾਮ ਮਾਲਾ ਨਾਮ ਦੀ ਗੁਰਬਾਣੀ ਆਉਂਦੀ ਹੈ। ਉਹ ਸਰਬਲੋ ਪ੍ਰਕਾਸ਼ ਗ੍ਰੰਥ ਦਾ ਸਹੰਸਰ ਨਾਮਾ ਹੈ। ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚ ਕਵਚ ਵੀ ਆਉਂਦਾ ਹੈ, ਅਸਤੋਤਰ ਵੀ ਆਉਂਦਾ ਹੈ, ਸਮਰ ਗੀਤਾ, ਗਿਆਨ ਗੀਤਾ, ਇਸ ਤਰੀਕੇ ਦੇ ਨਾਲ ਗੀਤਾ ਵੀ ਆਉਂਦੀਆਂ ਨੇ। ਕੋਈ ਵੀ ਗੀਤਾ ਦਾ ਪਾਠ ਕਰ ਲਿਆ ਜਾਵੇ ਅਤੇ ਹਿਰਦਿਓਂ ਧਿਆਨ ਕਰਨਾ, ਸਰਬਲੋ ਭਗਵਾਨ ਦੇ ਗੁਣਾਂ ਨੂੰ ਵਿਚਾਰਨਾ, ਇਹ ਪੰਜ ਤਰੀਕੇ ਹਨ। ਇਹਨਾਂ ਪੰਜਾਂ ਤਰੀਕਿਆਂ ਦੇ ਨਾਲ ਜੇ ਕੋਈ ਸਰਬਲੋ ਪ੍ਰਕਾਸ਼ ਗ੍ਰੰਥ ਦਾ ਪੂਜਨ ਕਰਦਾ ਹੈ, ਸਰਬਲੋ ਗ੍ਰੰਥ ਦੀ ਪੂਜਾ ਨੂੰ ਕਰਦਾ ਹੈ ਮਨ ਚਿਤ ਲਾ ਕਰਕੇ, ਉਹਨੂੰ ਸਰਬਲੋ ਅਵਤਾਰ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਇਸ ਲਈ ਮਹਾਰਾਜ ਕਲਗੀਧਰ ਜੀ ਕਹਿੰਦੇ ਪੰਜ ਪ੍ਰਕਾਰ ਸਰਬਲੋ ਪ੍ਰਕਾਸ਼ ਗ੍ਰੰਥ ਦੀ ਪੂਜਾ ਕਰੇ। ਗ੍ਰੰਥ ਹਰੀ ਮੈਂ ਭੇਦ ਨਾ ਕੋਹੰ। ਮਹਾਰਾਜ ਕਲਗੀਧਰ ਜੀ ਕਹਿੰਦੇ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਤੇ ਹਰੀ ਅਕਾਲ ਪੁਰਖ ਪਰਮੇਸ਼ਰ ਵਿੱਚ ਭੇਦ ਕੋਈ ਨਹੀਂ ਹੈ। ਇਹ ਗ੍ਰੰਥ ਤੇ ਸਰਬਲੋ ਅਵਤਾਰ ਇੱਕ ਹੀ ਹੈ। ਗ੍ਰੰਥ ਨੂੰ ਸਰਬਲੋ ਅਵਤਾਰ ਜਾਣ ਕੇ ਪੂਜੇ। ਗੁਰੂ ਖਾਲਸਾ ਜੀ ਜਿਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 10 ਪਾਤਸ਼ਾਹੀਆਂ, ਉਹਨਾਂ ਵਿੱਚ ਭੇਦ ਕੋਈ ਨਹੀਂ ਹੈ। ਕਈ ਕਹਿ ਦਿੰਦੇ ਨੇ ਗ੍ਰੰਥ ਕਿਵੇਂ ਗੁਰੂ ਹੋ ਸਕਦਾ ਹੈ? ਗੁਰੂ ਖਾਲਸਾ ਜੀ ਇਹ ਪ੍ਰਗਟ ਗੁਰਾਂ ਕੀ ਦੇਹ ਹੈ। ਇਹਦੇ ਵਿੱਚ ਹੀ ਤੇ ਹਰੀ ਦੇ ਵਿੱਚ ਭੇਦ ਕੋਈ ਨਹੀਂ ਹੈ। ਸੋ ਇਹ ਮਹਾਰਾਜ ਕਲਗੀਧਰ ਜੀ ਦੱਸਦੇ ਨੇ ਕਿ ਸਰਬਲੋ ਪ੍ਰਕਾਸ਼ ਗ੍ਰੰਥ ਨੂੰ ਪ੍ਰਕਾਸ਼ ਕਰਕੇ ਫਿਰ ਕੀ ਕਰਨਾ ਹੈ? ਸਰਬਲੋ ਅਸਤੋਤਰ, ਸਰਬਲੋ ਕਵਚ ਤੇ ਸਰਬਲੋ ਸਹੰਸਰਨਾਮਾ, ਸਰਬਲੋ ਗੀਤਾ ਹਿਰਦਿਓਂ ਧਿਆਨ ਕਰਨਾ, ਸਰਬਲੋ ਆਰਤੀ ਪੜ੍ਹਨੀ। ਇੰਜ ਸਰਬਲੋ ਪ੍ਰਕਾਸ਼ ਗ੍ਰੰਥ ਦਾ ਪੂਜਨ ਕਰੇ, ਕਿਉਂਕਿ ਹਰੀ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਤੇ ਹਰੀ ਸਰਬਲੋ ਅਵਤਾਰ ਵਿੱਚ ਕੋਈ ਭੇਦ ਨਹੀਂ ਹੈ। ਹਰੀ ਦੇ ਗ੍ਰੰਥ ਵਿੱਚ ਤੇ ਹਰੀ ਵਿੱਚ ਕੋਈ ਕਿਸੇ ਪ੍ਰਕਾਰ ਦਾ ਭੇਦ ਨਹੀਂ ਹੈ, ਇੱਕ ਹੀ ਰੂਪ ਹਨ। ਆਰਤੀ ਸਮੈ ਸਮੈ ਪਰ ਕਰੈ। ਮਹਾਰਾਜ ਕਹਿੰਦੇ ਜਦੋਂ ਪਾਠ ਕਰਨਾ ਹੋਵੇ ਨਾ, ਭਾਵੇਂ ਅਖੰਡ ਪਾਠ ਤੇ ਭਾਵੇਂ ਕਰਨਾ ਹੋਵੇ ਸਹਿਜ ਪਾਠ, ਆਰਤੀ ਸਮੇਂ ਸਮੇਂ ਦੇ ਉੱਪਰ ਕਰੇ। ਜਿਵੇਂ ਸਰਬਲੋ ਪ੍ਰਕਾਸ਼ ਗ੍ਰੰਥ ਦੇ ਪ੍ਰਸੰਗਾਂ ਵਿੱਚ ਆਰਤੀ ਸਮੇਂ ਸਮੇਂ ਤੇ ਲਿਖੀ ਹੈ, ਇਦਾਂ ਹੀ ਗੁਰੂ ਖਾਲਸਾ ਜੀ ਜਦੋਂ ਧਿਆ ਪੂਰਾ ਹੋਵੇ ਜਾਂ ਜਦੋਂ ਕੋਈ ਪਾਠ ਸ਼ੁਰੂ ਕਰਨਾ ਹੋਵੇ, ਜੇ ਸਹਿਜ ਪਾਠ ਰੱਖਿਆ ਹੈ, ਸ਼ੁਰੂ ਕਰਨ ਵੇਲੇ ਗੁਰੂ ਖਾਲਸਾ ਜੀ ਸਹੰਸਰਨਾਮਾ, ਕਵਚ, ਅਸਤੋਤਰ, ਗੀਤਾ ਆਦਿਕ ਪੜ੍ਹੇ ਤੇ ਜਦੋਂ ਪਾਠ ਦੀ ਸਮਾਪਤੀ ਕਰਨੀ ਹੈ ਉਦੋਂ ਆਰਤੀ ਪੜ੍ਹੇ। ਇਸ ਪ੍ਰਕਾਰ ਸਮੇਂ ਸਮੇਂ ਉੱਪਰ ਆਰਤੀ ਕਰੇ। ਉਦਾਰ ਚਿਤ ਹੋਵੇ ਪੂਜ ਅਨੁਸਰੈ। ਮਹਾਰਾਜ ਜੀ ਕਹਿੰਦੇ ਸੂਮਤਾਈ ਨਾ ਕਰੇ, ਉਦਾਰ ਚਿਤ ਹੋ ਕੇ ਪੂਜਾ ਕਰੇ। ਪੂਜਾ ਦਾ ਸਮਾਨ ਲਿਆਵੇ, ਗੁਰਸਿੱਖਾਂ ਨੂੰ ਲੰਗਰ ਪ੍ਰਸ਼ਾਦਾ ਛਕਾਵੇ, ਗਰੀਬਾਂ ਨੂੰ ਦਾਨ ਦੇਵੇ, ਕੱਪੜੇ ਆਦਿਕ ਵੰਡੇ। ਉਦਾਰ ਚਿਤ ਹੋ ਕਰਕੇ ਤੇ ਵਿਧੀ ਦੇ ਅਨੁਸਾਰ ਪੂਜਾ ਕਰੇ ਸਰਬਲੋ ਅਵਤਾਰ ਦੀ। ਸੋਸ ਰਸਨਾ ਸ਼ੇਸ਼ ਰਸਨਾ ਮਹਾਰਾਜ ਕਲਗੀਧਰ ਜੀ ਇੱਕ ਪ੍ਰਕਾਰ ਦਾ ਰਾਗ ਵੀ ਹੈ ਅਤੇ ਸ਼ੇਸ਼ ਰਸਨਾ ਦਾ ਭਾਵ ਹੈ ਵੀ ਸ਼ੇਸ਼ਨਾਗ ਦੀਆਂ ਜ਼ਬਾਨਾਂ। ਜਿਵੇਂ ਸ਼ੇਸ਼ਨਾਗ ਦੀਆਂ ਜ਼ਬਾਨਾਂ ਦਾ ਕੋਈ ਅੰਤ ਨਹੀਂ ਨਾ ਪਾਇਆ ਜਾਂਦਾ,
ਏਦਾਂ ਸਰਬਲੋ ਪ੍ਰਕਾਸ਼ ਗ੍ਰੰਥ ਦਾ ਕੋਈ ਅੰਤ ਨਹੀਂ ਪਾਇਆ ਜਾਂਦਾ। ਉੱਪਰ ਅਨੰਤ ਛਵੀ ਆਇਆ ਸੀ। ਸਰਬਲੋ ਅਵਤਾਰ ਦੀ ਬੇਅੰਤ ਸ਼ੋਭਾ ਹੈ। ਅਮੋਘ ਰੂਪੀ ਆਇਆ ਸੀ। ਅਮੋਘ ਉਹਨੂੰ ਕਹਿੰਦੇ ਨੇ ਜਿਹੜਾ ਨਾਸ ਨਾ ਹੋਵੇ। ਨਾਸ ਨਾ ਹੋਣ ਵਾਲਾ ਸਰਬਲੋ ਜੀ ਦਾ ਸਰੂਪ ਹੈ। ਉੱਪਰ ਸ਼ੰਕਰ ਮਹਾਬਲੀ ਆਇਆ ਸੀ। ਸ਼ੰਕਰ ਸ਼ਿਵ ਦੇ ਨਾਲੋਂ ਵੀ ਬਹੁਤੇ ਬਲ ਵਾਲੇ ਨੇ। ਇਹ ਤਿੰਨ ਦੇਵਤੇ ਵੀ ਸਰਬਲੋ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਦੇ ਨੇ। ਇਸ ਤਰ੍ਹਾਂ ਗੁਰੂ ਖਾਲਸਾ ਜੀ ਸਰਬਲੋ ਦੀ ਸਤੁਤੀ ਵਿੱਚ ਵੀ ਇਹ ਅਰਥ ਸਮਝਣੇ ਨੇ ਤੇ ਰਾਗ ਦਾ ਨਾਮ ਵੀ ਜਾਣਨਾ ਹੈ। ਤਵਜਾ ਕੁੰਭ ਤੋਰਨ ਨਵ ਪੱਲਵ। ਹਾਂ, ਕਹਿੰਦੇ ਵੀ ਜਿੱਥੇ ਸਰਬਲੋ ਪ੍ਰਕਾਸ਼ ਗ੍ਰੰਥ ਦਾ ਪਾਠ ਹੋਵੇ ਨਾ, ਉਥੇ ਧਵਜਾ ਨਿਸ਼ਾਨ ਸਾਹਿਬ ਲਾਵੇ, ਅਸਕੇਤ ਦਾ ਨਿਸ਼ਾਨ ਸਾਹਿਬ। ਜਿਵੇਂ ਗੁਰੂ ਖਾਲਸਾ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਹੁੰਦੇ ਸਨ, ਵਿੱਚ ਕਿਰਪਾਨ ਦਾ, ਕਟਾਰ ਦਾ, ਢਾਲੇ ਦਾ ਨਿਸ਼ਾਨ ਹੁੰਦਾ ਸੀ। ਜਿੱਥੇ ਸਰਬਲੋ ਜੀ ਦੀ ਬਾਣੀ ਦਾ ਪਾਠ ਹੋਵੇ ਉੱਥੇ ਗੁਰੂ ਖਾਲਸਾ ਜੀ ਨਿਸ਼ਾਨ ਸਾਹਿਬ ਲੱਗੇ, ਤਾਂ ਕਿ ਪਤਾ ਲੱਗ ਜਾਵੇ ਵੀ ਇਹ ਘਰ ਵਿੱਚ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਜਾਪ ਹੋ ਰਿਹਾ ਹੈ। ਪਹਿਲੇ ਗੁਰੂ ਕੇ ਸਿੱਖ ਜਦੋਂ ਆਪਣੇ ਘਰਾਂ 'ਚ ਗੁਰੂ ਦੇ ਚਰਨ ਪਵਾਉਂਦੇ ਸੀ ਤੇ ਉੱਚਾ ਨਿਸ਼ਾਨ ਬੰਨ੍ਹ ਦਿੰਦੇ ਸਨ ਅਤੇ ਘਰਾਂ ਦੇ ਦਰਵਾਜ਼ਿਆਂ ਅੱਗੇ ਬੰਧਨਵਾਰ ਸਜਾਵਟ ਕਰ ਦਿੰਦੇ ਸਨ। ਪੱਤੇ ਆਦਿਕ ਬੰਨ੍ਹਦੇ ਨੇ, ਕੇਲੇ ਦੇ ਰੁੱਖ ਲਗਾ ਦੇ ਨੇ। ਇਹ ਖੁਸ਼ੀਆਂ ਦੇ ਚਿੰਨ੍ਹ ਨੇ। ਗੁਰੂ ਖਾਲਸਾ ਜੀ ਤੇ ਅੱਜ ਕੱਲ੍ਹ ਕੀ ਕਰਦੇ ਨੇ ਵੀ ਕੁਝ ਬਨਾਵਟੀ ਲਿਆ ਕਰਕੇ ਫੁੱਲ ਆਦਿਕ ਰੱਖ ਦਿੰਦੇ ਨੇ, ਜਾਂ ਗੁਰੂ ਖਾਲਸਾ ਜੀ ਬਿਜਲੀ ਵਾਲੀਆਂ ਲੜੀਆਂ ਲਾ ਦਿੰਦੇ ਨੇ, ਉਹ ਜਗਦੀਆਂ ਨੇ, ਬੁਝਦੀਆਂ ਨੇ। ਇਸ ਤਰੀਕੇ ਦੇ ਖੁਸ਼ੀਆਂ ਦੇ ਚਿੰਨ੍ਹ ਮੰਨੇ ਗਏ ਨੇ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਜਿੱਥੇ ਪਾਠ ਹੋਵੇ ਨਾ ਉੱਥੇ ਉੱਚਾ ਨਿਸ਼ਾਨ ਸਾਹਿਬ ਲਾਇਆ ਜਾਵੇ ਅਸਕੇਤ ਦਾ, ਤੇ ਕੁੰਭ ਰੱਖਿਆ ਜਾਵੇ। ਕੁੰਭ ਗੁਰੂ ਖਾਲਸਾ ਜੀ ਜਲ ਪਾ ਕੇ ਰੱਖਣਾ ਤੇ ਨਾਲ ਨਾਰੀਅਲ ਰੱਖ ਦੇਣਾ। ਇਹਦੇ ਦੋ ਭਾਵ ਹੁੰਦੇ ਨੇ। ਇੱਕ ਭਾਵ ਤੇ ਇਹ ਹੁੰਦਾ ਏ ਮੰਤਰ ਗੁਰੂ ਖਾਲਸਾ ਜੀ ਜਿਹੜੇ ਸਿੱਧ ਕਰਦੇ ਨੇ, ਜਿਨ੍ਹਾਂ ਨੇ ਮੰਤਰ ਸ਼ਾਸਤਰ ਪੜ੍ਹੇ ਨੇ, ਉਹਨਾਂ ਨੇ ਇਹ ਲਿਖਿਆ ਏ ਵੀ ਜਿੱਥੇ ਜਲ ਹੋਵੇ ਨਾ ਉੱਥੇ ਸ਼ੈਤਾਨੀ ਆਤਮਾ ਨਹੀਂ ਆ ਸਕਦੀਆਂ। ਗੁਰੂ ਖਾਲਸਾ ਜੀ ਪਹਿਲੇ ਸਮਿਆਂ ਵਿੱਚ ਜੱਗ ਕਰਦੇ ਸਨ ਤੇ ਰਾਖਸ਼ ਆਦਿਕ ਜੱਗ ਵਿੱਚ ਆ ਕਰਕੇ ਕੋਈ ਭੰਗ ਕਰਨ ਲਈ ਰੁਕਾਵਟ ਪਾ ਦਿੰਦੇ ਸਨ, ਤਾਂ ਰਿਖੀਵਰ ਕੋਲ ਜਲ ਰੱਖਦੇ ਸਨ। ਗੁਰੂ ਖਾਲਸਾ ਜੀ ਜਿੱਥੇ ਸਰਬਲੋ ਦੀ ਪਾਵਨ ਬਾਣੀ ਦਾ ਪ੍ਰਕਾਸ਼ ਹੋ ਗਿਆ ਉੱਥੇ ਦੇ ਸ਼ਹੀਦੀ ਫੌਜਾਂ ਦੇ ਪਹਿਰੇ ਲੱਗ ਜਾਂਦੇ ਨੇ। ਬੁਲਾਵਾਂ ਨੇ ਕਿੱਥੋਂ ਆਉਣਾ ਹੈ, ਫਿਰ ਇਹ ਕੁੰਭ ਕਿਉਂ ਰੱਖਣਾ ਹੈ? ਗੁਰੂ ਖਾਲਸਾ ਜੀ ਬਾਟੇ ਵਿੱਚ ਜਲ ਪਾ ਕੇ ਪੰਜ ਪਿਆਰੇ ਪੰਜ ਬਾਣੀਆਂ ਪੜ੍ਹਦੇ ਨੇ ਤੇ ਪੰਜਾਂ ਬਾਣੀਆਂ ਦੇ ਪ੍ਰਤਾਪ ਕਰਕੇ ਉਹ ਅੰਮ੍ਰਿਤ ਬਣ ਜਾਂਦਾ ਹੈ। ਜਿੱਥੇ ਬਾਣੀ ਰਾਤ ਦਿਨੇ ਪੜ੍ਹੀ ਜਾਣੀ ਹੈ ਤੇ ਜਲ ਵਿੱਚ ਸੁਣਨ ਸ਼ਕਤੀ ਹੈ, ਸੁਣ ਕੇ ਸਮਾਉਣ ਦੀ ਸ਼ਕਤੀ ਹੈ। ਜਿਸ ਜਲ ਨੇ ਸਰਬਲੋ ਪ੍ਰਕਾਸ਼ ਗ੍ਰੰਥ ਦੀ ਸਾਰੀ ਬਾਣੀ ਸੁਣ ਲਈ ਉਹ ਗੁਰੂ ਖਾਲਸਾ ਜੀ ਮਹਾ ਅੰਮ੍ਰਿਤ ਬਣ ਜਾਏਗਾ। ਇਸ ਲਈ ਕੁੰਭ ਰੱਖਣਾ ਜ਼ਰੂਰੀ ਹੈ। ਆਦਿ ਮਹਾਰਾਜ ਦਸਮ ਦਰਬਾਰ ਜੀ ਸ੍ਰੀ ਸਰਬਲੋ ਜੀ ਦਰਬਾਰ ਜੀ ਦੇ ਪਾਠ ਵਕਤ ਤੋਰਨਦਾਰ ਸੁਣਦਾ ਏ ਲੜੀਆਂ ਤੇ ਨਰਦਾਰ ਸੁਣਦਾ ਏ ਨਵੇਂ ਤੇ ਪੱਲਵਦਾਰ ਸੁਣਦਾ ਏ ਪੱਤੇ। ਤੋ ਨਵੇਂ ਜਿਹੜੇ ਪੱਤੇ ਹੋਣ ਉਹਨਾਂ ਨਵੇਂ ਪੱਤਿਆਂ ਦੀਆਂ ਲੜੀਆਂ ਬੰਨੇ, ਫੁੱਲ ਲੈ ਕਰਕੇ, ਫੁੱਲ ਪਰੋ ਕੇ, ਮਾਲਾ ਬਣਾ ਕੇ। ਜਿੱਥੇ ਸਰਬਲੋ ਪ੍ਰਕਾਸ਼ ਗ੍ਰੰਥ ਦਾ ਪਾਠ ਹੋਵੇ ਉੱਥੇ ਗੁਰੂ ਖਾਲਸਾ ਜੀ ਨਵੇਂ ਪੱਤਿਆਂ ਦੀਆਂ ਲੜੀਆਂ ਲਾਈਆਂ ਜਾਣ, ਫੁੱਲਾਂ ਆਦਿਕਾਂ ਨੂੰ ਪਰੋ ਕੇ ਲੜੀਆਂ ਬੰਨੀਆਂ ਜਾਣ, ਅੰਬ ਬੇਰੀ ਆਦਿਕ ਦੇ ਹਰੇ ਪੱਤੇ ਬੰਨੇ ਜਾਣ। ਇਹ ਖੁਸ਼ੀਆਂ ਦੇ ਚਿੰਨ੍ਹ ਹਨ। ਗੁਰੂ ਖਾਲਸਾ ਜੀ ਪਹਿਲੇ ਸਮਿਆਂ ਵਿੱਚ ਜਿੱਥੇ ਕੋਈ ਵਿਆਹ ਆਦਿਕ ਹੋਣਾ ਉੱਥੇ ਪੱਤੇ ਆਦਿਕ ਬੰਨੇ ਜਾਂਦੇ ਸੀ। ਅੱਜ ਕੱਲ੍ਹ ਫੁੱਲ ਬਣਦੇ ਨੇ, ਇਲੈਕਟ੍ਰੋਨਿਕ ਲੜੀਆਂ ਲਾਉਂਦੇ ਹਨ ਜਿਹੜੀਆਂ ਜਗਦੀਆਂ ਬੁਝਦੀਆਂ ਨੇ। ਐਸੀਆਂ ਖੁਸ਼ੀਆਂ ਕਰੇ ਜਿੱਥੇ ਸਰਬਲੋ ਜੀ ਦਾ ਪਾਠ ਹੋਵੇ। ਨਰ ਦੀ ਜਗ੍ਹਾ ਦੇ ਉੱਤੇ ਗੁਰੂ ਖਾਲਸਾ ਜੀ ਨਵ ਪਾਠ ਹੈ। ਤੋਰਨ ਨਵ ਪੱਲਵ, ਨਵ ਦਾ ਅਰਥ ਹੈ ਨਵੇਂ ਤੇ ਪੱਲਵ ਦਾ ਅਰਥ ਹੈ ਪੱਤੇ। ਪੁਸ਼ਪ ਫਲਨ ਜੁਤ ਬਾਂਦੇ ਭਲਵ। ਹਾਂ, ਭਲਵ ਮੈਂ ਕਹਿੰਦੇ ਆ ਚੰਗੇ ਤਰੀਕੇ ਨਾਲ, ਭਲੇ ਤਰੀਕੇ ਨਾਲ। ਪੁਸ਼ਪ ਕਹਿੰਦੇ ਨੇ ਫੁੱਲ ਤੇ ਫਲਨ ਮੈਨੇ ਫਲ। ਤੇ ਫਲ ਵਾਲੇ ਜਿਹੜੇ ਰੁੱਖ ਨੇ ਉਹਨਾਂ ਦੇ ਪੱਤਿਆਂ ਤੇ ਫੁੱਲਾਂ ਦੇ ਸਮੇਤ
ਖੁਸ਼ਬੂਈਦਾਰ ਫੁੱਲਾਂ ਦੇ ਸਮੇਤ ਭਲਵ ਕਹਿੰਦੇ ਭਲੀ ਪ੍ਰਕਾਰ ਦਰਵਾਜ਼ੇ ਦੇ ਉੱਪਰ ਲੜੀਆਂ ਬੰਨ੍ਹਦੀਆਂ ਜਾਣ, ਜਿੱਥੇ ਮਹਾਰਾਜ ਦੀ ਪਾਵਨ ਬਾਣੀ ਦਾ ਪਾਠ ਹੋਣਾ ਹੈ। ਪੰਚ ਤੂਰ ਬਾਦਿੱਤਰ ਬਜਾਵੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਵਜੰਤਰੀ ਨੇ ਉਹ 5 ਪ੍ਰਕਾਰ ਦੇ ਤੂਰ ਮੈਨੇ ਵਾਜੇ ਵਜਾਉਣ। ਬਾਦਿੱਤਰ ਤੱਤੇ ਨੂੰ ਹੀ ਸਿਹਾਰੀ ਹੈ ਤੇ ਅਰਥ ਬਣ ਜਾਏਗਾ ਬਾਦਿੱਤਰੀ। ਜਿਹੜੇ ਵਾਜੇ ਵਜਾਉਣ ਵਾਲੇ ਨੇ, ਤੂਰਦਾਰ ਸੁੰਦਾ ਇਹ ਵਾਜੇ, ਉਹ 5 ਪ੍ਰਕਾਰ ਦੇ ਵਾਜੇ ਵਜਾਉਣ। ਗੁਰੂ ਖਾਲਸਾ ਜੀ ਜਿਵੇਂ ਆਮ ਕੀਰਤਨੀਏ ਕੀਰਤਨ ਕਰਦੇ ਨੇ, ਉਹ 2 ਹਾਰਮੋਨੀਅਮ ਲੈਂਦੇ ਨੇ, 1 ਤਬਲਾ ਲੈਂਦੇ ਨੇ, 2 ਹੀ ਸਾਜ਼ ਬਣਦੇ ਨੇ। ਗੁਰੂ ਖਾਲਸਾ ਜੀ ਰਵਾਬ ਲਈ ਜਾਵੇ, ਸਰੰਗੀ ਲਈ ਜਾਵੇ, ਤਬਲਾ ਲਿਆ ਜਾਵੇ, ਹਾਰਮੋਨੀਅਮ ਲਿਆ ਜਾਵੇ, ਨਰਸਿੰਘਾ ਲਿਆ ਜਾਵੇ। ਜੇ ਗੁਰੂ ਖਾਲਸਾ ਜੀ ਐਸਾ ਕੋਈ ਪ੍ਰਬੰਧ ਨਹੀਂ ਹੁੰਦਾ ਤੇ ਢੋਲਕ ਢੋਲਕੀ ਲੈ ਲਵੇ, ਛੈਣੇ ਲੈ ਲਵੇ, ਖੜਤਾਲਾਂ ਲੈ ਲਵੇ, ਇਸੇ ਤਰੀਕੇ ਨਾਲ ਰਣ ਸਿੰਘਾ ਲੈ ਲਵੇ, ਸੰਖ ਲੈ ਲਵੇ ਇਤਿਆਦਿ। ਗੁਰੂ ਖਾਲਸਾ ਜੀ ਜੇ ਕੋਈ ਸਧਾਰਨ ਹੈ ਤੇ ਉਹ ਇਹ 5 ਪ੍ਰਕਾਰ ਦੇ ਵਾਜੇ ਵਜਾਵੇ ਤੇ ਗੁਰਾਂ ਦੀ ਆਰਤੀ ਕਰੇ। ਆਰਤੀ ਦੇ ਸਮੇਂ ਜਿੱਥੇ ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੈ, ਉੱਥੇ ਗੁਰੂ ਖਾਲਸਾ ਜੀ ਸੰਖ ਆਦਿਕ ਇਹ 5 ਵਾਜੇ ਵੱਜਣ ਤੇ ਸਰਬਲੋ ਭਗਵਾਨ ਦਾ ਜਸ ਕਰੇ। ਰਾਗ ਰਾਗਨੀ ਪਦ ਸਭ ਗਾਵੈ। ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚ ਅਨੇਕਾਂ ਰਾਗ ਤੇ ਅਨੇਕਾਂ ਰਾਗਨੀਆਂ ਦੇ ਵਿੱਚ ਸਰਬਲੋ ਅਵਤਾਰ ਦੇ ਜਸ ਦੇ ਪਦੇ ਲਿਖੇ ਨੇ। ਉਹ ਸਾਰੇ ਪਦਿਆਂ ਨੂੰ ਗੁਰੂ ਖਾਲਸਾ ਜੀ ਗਾਵੇ, ਗਾਉਣਾ ਕਰੇ ਸ਼ਰਧਾ ਦੇ ਸੰਯੁਕਤ ਹੋ ਕਰਕੇ 5 ਵਾਜਿਆਂ ਦੇ ਨਾਲ। ਧਰਮ ਮੁਖੀ ਨਾਰਦੀ ਭਗਤ ਕਰੈ ਸਰਬ ਲੋਹੰ। ਹਾਂ, ਕਰੈ ਨੂੰ 2 ਦਲਾਵਾਂ ਨੇ। ਸਰਬਲੋ ਭਗਵਾਨ ਦੀ ਨਾਰਦੀ ਭਗਤ ਕਰੇ। ਜਿਹਨੇ ਪਾਠ ਕਰਨਾ ਹੈ, ਨਾਰਦੀ ਭਗਤ ਦਾ ਅਰਥ ਹੈ ਪ੍ਰੇਮਾ ਭਗਤੀ। ਨਾਰਦ ਜੀ ਪ੍ਰੇਮਾ ਭਗਤੀ ਕਰਦੇ ਸਨ। ਇੱਕ ਗਿਆਨ ਭਗਤੀ ਹੈ, ਇੱਕ ਪ੍ਰੇਮਾ ਭਗਤੀ ਹੈ। ਗਿਆਨ ਭਗਤੀ ਹੈ ਵੀ ਮੇਰੇ ਵਿੱਚ ਤੇ ਹਰੀ ਵਿੱਚ ਭੇਦ ਕੋਈ ਨਹੀਂ ਹੈ, ਅਹੰ ਬ੍ਰਹਮ ਅਸਮੀ, ਐਸੀ ਗੁਰੂ ਖਾਲਸਾ ਜੀ ਇਹ ਭਗਤੀ ਹੈ। ਪ੍ਰੇਮਾ ਭਗਤੀ ਹੈ ਵੀ ਮੈਂ ਨੀਚ ਹੈ ਤੇ ਮੇਰੇ ਮਾਲਕ ਹੈ, ਤੂੰ ਮੇਰਾ ਸੁਆਮੀ ਹੈ, ਮੈਂ ਦਾਸ ਹੈ, ਮੈਂ ਤੇਰਾ ਗੋਲਾ ਹੈ, ਨਾਨਕ ਘਰ ਕੇ ਗੋਲੇ। ਗੁਰੂ ਖਾਲਸਾ ਜੀ ਇਹ ਪ੍ਰੇਮਾ ਭਗਤੀ ਹੈ। ਸੋ ਪ੍ਰੇਮਾ ਭਗਤੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਰੇ। ਸਰਬਲੋ ਅਵਤਾਰ ਦੇ ਅੱਗੇ ਹੱਥ ਜੋੜ ਕੇ ਨੀਵਾਂ ਬਣ ਕੇ ਉਸ ਦੀ ਪ੍ਰੇਮਾ ਭਗਤੀ ਨੂੰ ਕਰਨਾ ਕਰੇ। ਪ੍ਰੇਮਾ ਮਗਨ ਉਮਾਹ ਪਦ ਸੋਹੰ। ਮਹਾਰਾਜ ਕਲਗੀਧਰ ਜੀ ਕਹਿੰਦੇ ਪ੍ਰੇਮਾ ਮਗਨ, ਪ੍ਰੇਮ ਦੇ ਵਿੱਚ ਮਗਨ ਹੋ ਕਰਕੇ ਤੇ ਉਮਾਹ ਉਤਸ਼ਾਹ ਦੇ ਨਾਲ ਤੇ ਸ਼ੋਹ ਕਹੀਏ ਖੁਸ਼ੀ ਦੇ ਨਾਲ ਤੇ ਪਦ ਕਹੀਏ ਸ਼ਬਦ, ਸਰਬਲੋ ਅਵਤਾਰ ਦੇ ਜਸ ਦੇ ਸ਼ਬਦ ਪੜ੍ਹਨੇ ਸ਼ੁਰੂ ਕਰੇ। ਭੂਸ਼ਣ ਬਸਨ ਸੁਗੰਧ ਪਕਵਾਨਾ। ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਪਾਠ ਪ੍ਰਾਰੰਭ ਕਰਨਾ ਹੈ, ਮੱਧ ਲੱਗਣਾ ਹੈ, ਭੋਗ ਲੱਗਣਾ ਹੈ, 3 ਸਮਿਆਂ ਤੇ ਕੀ ਕਰੇ? ਭੂਸ਼ਣ ਗਹਿਣੇ, ਬਸਨ ਬਸਤਰ, ਸੁਗੰਧੀਦਾਰ ਵਸਤਰ ਤੇ ਪਕਵਾਨਾ ਪਕਵਾਨ ਆਦਿਕ ਗੁਰੂ ਖਾਲਸਾ ਜੀ ਅਰਪਣ ਕਰੇ। ਆਮ ਦੁਨਿਆਵੀ ਗਹਿਣੇ ਗੁਰੂ ਖਾਲਸਾ ਜੀ ਗੁਰੂ ਕੇ ਖਾਲਸੇ ਨੂੰ ਪਹਿਨਣ ਦੀ ਮਨਾਹੀ ਹੈ, ਕਿਉਂਕਿ ਇਹ ਗਹਿਣੇ ਪਹਿਨਣ ਦੇ ਨਾਲ ਮਨ ਵਿੱਚ ਹੰਕਾਰ ਆਉਂਦਾ ਹੈ। ਛਾਪ ਪਾਈ ਹੋਵੇ ਉਂਗਲ ਦੇ ਵਿੱਚ ਤੇ ਗੰਦਗੀ ਗੁਰੂ ਖਾਲਸਾ ਜੀ ਅੜਦੀ ਹੈ। ਇਸ ਤਰੀਕੇ ਦੇ ਨਾਲ ਪੰਥ ਵਿੱਚ ਇਹਦੀ ਮਨਾਹੀ ਕਰਦੇ ਹਨ। ਗੁਰੂ ਖਾਲਸਾ ਜੀ ਜਿਹੜੇ 5 ਕਕਾਰ ਨੇ ਇਹ ਵੀ ਗੁਰੂ ਕੇ ਖਾਲਸੇ ਦੇ ਗਹਿਣੇ ਨੇ। ਸੁਨਹਿਰੀ ਕਿਰਪਾਨ ਬਣਾਵੇ, ਸੁਨਹਿਰੀ ਖੰਜਰ ਬਣਾਵੇ, ਸੁਨਹਿਰੀ ਢਾਲਾ ਬਣਾਵੇ ਜਿਨ੍ਹਾਂ ਉੱਪਰ ਸੋਨਾ ਲੱਗਾ ਹੋਵੇ ਜਾਂ ਚਾਂਦੀ ਲੱਗੀ ਹੋਵੇ, ਜਾਂ ਬਲ ਦੇ ਨਾਲ ਸਰਬਲੋਏ ਦੇ ਹੋਣ। ਬਸਨ ਬਸਤਰ ਲਏ ਜਾਣ। ਕਿਹੋ ਜਿਹੇ ਬਸਤਰ ਲੈਣੇ ਨੇ? ਇੱਕ ਦਮਾਲਾ ਲੈਣਾ ਹੈ। ਗੁਰੂ ਖਾਲਸਾ ਜੀ ਕੇਸਕੀ ਲੈਣੀ ਹੈ ਅਤੇ ਨੀਲੇ ਰੰਗ ਦਾ ਚੋਲਾ ਲੈਣਾ ਹੈ। 6 ਮੀਟਰ ਕੱਪੜਾ ਚੋਲੇ ਦਾ, 6 ਮੀਟਰ ਦਮਾਲੇ ਦਾ। ਗੁਰੂ ਖਾਲਸਾ ਜੀ 2.5 ਮੀਟਰ ਦੀ ਕੇਸਕੀ ਲੈਣੀ ਹੈ ਅਤੇ 2.5 ਮੀਟਰ ਦਾ ਕਸ਼ਹਿਰਾ ਲੈਣਾ ਹੈ। 5 ਮੀਟਰ ਦਾ ਕਮਰ ਕੱਸਾ ਲੈਣਾ ਹੈ। 5 ਮੀਟਰ ਦਾ ਚਾਦਰਾ ਲੈਣਾ ਹੈ। ਗੁਰੂ ਖਾਲਸਾ ਜੀ ਆਪਣੇ ਵੇਤੇ ਅਨੁਸਾਰ 9 ਇੰਚ ਦੀ ਕਿਰਪਾਨ ਲਵੇ ਜਾਂ 3 ਫੁੱਟ ਦੀ ਕਿਰਪਾਨ ਲਵੇ, ਸੋਨਾ ਕੜਾ ਲਵੇ, ਕੰਘਾ ਲਵੇ। ਇਸ ਤਰੀਕੇ ਦੇ ਨਾਲ 5 ਕਕਾਰਾਂ ਰੂਪੀ ਗਹਿਣੇ
ਤੇ ਜਿਹੜਾ ਇਹ ਕਲਗੀਧਰ ਪਾਤਸ਼ਾਹ ਜੀ ਦਾ ਬਾਣਾ ਹੈ ਨਾ, ਜਦੋਂ ਭੋਗ ਪਵੇ ਤੇ ਮਹਾਰਾਜ ਦੇ ਅੱਗੇ ਅਰਪਣ ਕਰੇ। ਸੁਗੰਧੀਦਾਰ ਵਸਤੂਆਂ ਗੁਰੂ ਖਾਲਸਾ ਜੀ ਚੰਦਨ ਆਦਿਕ ਜਿਹੜੀਆਂ ਸੁਗੰਧੀਦਾਰ ਵਸਤੂਆਂ ਹਨ, ਜਿਨ੍ਹਾਂ ਚੋਂ ਖੁਸ਼ਬੋਈ ਆਉਂਦੀ ਹੈ, ਕਸਤੂਰੀ ਆਦਿਕ ਹੈ ਜਾਂ ਸੈਂਟ ਆਦਿਕ ਹੈ, ਅਤਰ ਬਲੇਲ ਆਦਿਕ ਹੈ, ਉਹ ਸਰਬਲੋ ਭਗਵਾਨ ਦੇ ਉੱਪਰ ਛਿਣਕੇ ਮਹਾਰਾਜ ਦੀ ਪਾਵਨ ਬਾਣੀ ਤੇ ਮਹਾਰਾਜ ਦੇ ਪਾਵਨ ਸਰੂਪ ਉੱਪਰ ਪਕਵਾਨ ਤਿਆਰ ਕੀਤੇ ਜਾਣ। ਗੁਰੂ ਖਾਲਸਾ ਜੀ ਜਦੋਂ ਸਰਬਲੋ ਪ੍ਰਕਾਸ਼ ਗ੍ਰੰਥ ਦਾ ਪਾਠ ਕਰਨਾ ਹੈ, ਘੱਟੋ ਘੱਟ 7 ਪ੍ਰਕਾਰ ਦੀ ਸਬਜ਼ੀ, ਜੇ ਸਬਜ਼ੀ ਅੱਡੋ ਅੱਡ ਤਿਆਰ ਨਾ ਹੋਵੇ ਤੇ ਗੁਰੂ ਖਾਲਸਾ ਜੀ ਜਿਹਨੂੰ ਮਿਕਸ ਸਬਜ਼ੀ ਕਹਿੰਦੇ ਨੇ ਤੇ ਪਹਿਲੇ ਸਤਨਾਜਾ ਕਹਿੰਦੇ ਸਨ, ਉਹ ਬਣਾ ਲਈ ਜਾਵੇ। 7 ਪ੍ਰਕਾਰ ਦਾ ਅੰਨ ਲੈ ਕਰਕੇ ਗੱਪੇ ਬਣਾਏ ਜਾਣ, 7 ਪ੍ਰਕਾਰ ਦਾ ਫਲ, 7 ਪ੍ਰਕਾਰ ਦਾ ਸਲਾਦ, 7 ਪ੍ਰਕਾਰ ਦਾ ਡਰਾਈ ਫੂਡ। ਇੰਜ ਗੁਰੂ ਖਾਲਸਾ ਜੀ ਜਿਹੜੀਆਂ ਵਸਤਾਂ ਹਨ ਉਹ ਸਰਬਲੋ ਭਗਵਾਨ ਦੇ ਚਰਨਾਂ ਵਿੱਚ ਅਰਪਣ ਕੀਤੀਆਂ ਜਾਣ। ਇਹ ਮਰਿਆਦਾ ਭਾਵਨਾ ਨਾਲ ਕੀਤੀ ਜਾਵੇ, ਇਹ ਮਰਿਆਦਾ ਸ਼ਰਧਾ ਦੇ ਨਾਲ ਕੀਤੀ ਜਾਵੇ। ਅਰਪੈ ਹਿਤ ਕਰ ਸ੍ਰੀ ਭਗਵਾਨਾ, ਸ੍ਰੀ ਸ਼੍ਰੋਮਣੀ ਭਗਵਾਨ ਹੈ ਜੋ ਸਰਬਲੋ ਜੀ ਹਿਤ ਕਹੀਏ ਪਿਆਰ ਕਰਕੇ। ਐਵੇਂ ਨਹੀਂ ਵੀ ਸੜੂ ਪੁਜੂ ਕਰਦੇ ਆਂ ਵੀ ਇਹ ਪਵਾੜਾ ਕਰਨਾ ਪੈ ਰਿਹਾ, ਫੇਰ ਕੋਈ ਮਹਾਤਮ ਨਹੀਂ ਮਿਲੇਗਾ। ਹਿਤ ਕਰ ਸ਼ਰਧਾ ਕਰਕੇ, ਅਰਪੈ ਪੱਪੇ ਨੂੰ ਦਲਾਵਾਂ, ਸ਼ਰਧਾ ਕਰਕੇ ਗੁਰੂ ਖਾਲਸਾ ਜੀ ਸਰਬਲੋ ਭਗਵਾਨ ਨੂੰ ਇਹ ਵਸਤਾਂ ਅਰਪਣ ਕੀਤੀਆਂ ਜਾਣ। ਸੰਤ ਮਨਾਵੈ ਪੂਜੈ ਗ੍ਰੰਥਾ, ਹਾਂ ਗ੍ਰੰਥ ਦੀ ਪੂਜਾ ਕੀਤੀ ਜਾਵੇ 5 ਪ੍ਰਕਾਰ ਦੇ ਨਾਲ, ਕਵਚ ਅਸਤੋਤਰ ਆਦਿ ਪੜ੍ਹ ਕੇ। ਜਦੋਂ ਭੋਗ ਪਵੇ ਉਦੋਂ ਸੰਤ ਮਹਾਂਪੁਰਖ ਬੁਲਾਏ ਜਾਣ, ਉਹਨਾਂ ਨੂੰ ਮਨਾਇਆ ਜਾਵੇ, ਉਹਨਾਂ ਨੂੰ ਗੁਰੂ ਖਾਲਸਾ ਜੀ ਵਸਤਰ ਆਦਿ ਭੇਟ ਕੀਤੇ ਜਾਣ, ਉਹਨਾਂ ਕੋਲੋਂ ਅਰਦਾਸੇ ਕਰਵਾਏ ਜਾਣ, ਗੱਪਾ ਪ੍ਰਸ਼ਾਦਾ ਛਕਾਇਆ ਜਾਵੇ ਤੇ ਉਹਨਾਂ ਦੀ ਵੀ ਪੂਜਾ ਕੀਤੀ ਜਾਵੇ, ਉਹਨਾਂ ਕੋਲੋਂ ਵੀ ਅਰਦਾਸੇ ਕਰਵਾਏ ਜਾਣ। ਦਰਸ ਪਰਸ ਪਾਵੈ ਪਠ ਸੰਥਾ, ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਪਾਠੀ ਕਿਹੋ ਜੇ ਲੱਗਣ, ਕਿਹੋ ਜਿਹਾ ਬੰਦਾ ਪਾਠ ਕਰ ਸਕਦਾ ਹੈ। ਸਰਬਲੋ ਭਗਵਾਨ ਦੇ ਦਰਸ਼ਨ ਪਰਸ਼ਨ ਕਿਹੜਾ ਕਰ ਸਕਦਾ ਹੈ। ਅੱਜ ਵੀ ਨਿਹੰਗ ਸਿੰਘਾਂ ਵਿੱਚ ਕਹਿੰਦੇ ਨੇ ਵੀ ਫਲਾਣੇ ਗ੍ਰੰਥ ਦਾ ਦਰਸ਼ਨ ਪਰਸ਼ਨ ਕਰ ਲਈਏ, ਭਾਵ ਫਲਾਣੇ ਗ੍ਰੰਥ ਨੂੰ ਪੜ੍ਹ ਲਈਏ। ਗੁਰੂ ਖਾਲਸਾ ਜੀ ਸਰਬਲੋ ਪ੍ਰਕਾਸ਼ ਗ੍ਰੰਥ ਦਾ ਦਰਸ਼ਨ ਪਰਸ਼ਨ, ਪਰਸ ਮੈਨੇ ਸਪਰਸ਼ ਕਰਨਾ, ਦਰਸ ਮੈਨੇ ਦਰਸ਼ਨ ਕਰਨੇ। ਪੁਰਾਣੇ ਗੁਰੂ ਕੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰਾਂ ਦੀ ਗੁਰਬਾਣੀ ਨੂੰ ਕੋਲ ਬੈਠ ਕੇ ਪੜ੍ਹਨਾ ਤੇ ਕਹਿਣਾ ਗੁਰਾਂ ਦੇ ਚਰਨ ਪਰਸ਼ਨ ਕਰ ਲਏ ਨੇ, ਇਹ ਭਾਵਨਾ ਰੱਖਦੇ ਸੀ। ਗੁਰਬਾਣੀ ਦੇ ਅੱਖਰਾਂ ਦੇ ਦਰਸ਼ਨ ਕਰਨੇ, ਕਹਿਣਾ ਗੁਰੂ ਨਾਨਕ ਦੇ ਦਰਸ਼ਨ ਹੋ ਗਏ ਨੇ, ਕਲਗੀਧਰ ਦੇ ਦਰਸ਼ਨ ਹੋ ਗਏ ਨੇ, ਇਹ ਭਾਵਨਾ ਰੱਖਦੇ ਸੀ। ਸੋ ਇਸ ਲਈ ਮਹਾਰਾਜ ਕਹਿੰਦੇ ਇਹ ਗ੍ਰੰਥ ਦੇ ਦਰਸ਼ਨ ਪਰਸ਼ਨ ਕਰਨ ਵਾਲਾ, ਗ੍ਰੰਥ ਨੂੰ ਪੜ੍ਹਨ ਵਾਲਾ ਕਿਹੋ ਜਿਹਾ ਹੋਵੇ। ਪਾਵੇ ਪਠ ਸੰਤਾ, ਦਰਸ ਪਰਸ ਪਾਵੇ, ਇੱਥੇ ਵਿਸ਼ਰਾਮ ਲੱਗੇਗਾ। ਦਰਸ਼ਨ ਪਰਸ਼ਨਾਂ ਨੂੰ ਪਾਵੇ, ਸੰਥਾ ਦੇ ਨਾਲ ਪਾਠ ਕੀਤਾ ਹੋਵੇ ਜਿਨੇ, ਐਵੇਂ ਨਹੀਂ ਵੀ ਮੂੰਹ ਚੁੱਕ ਕੇ ਗ੍ਰੰਥ ਨੂੰ ਪੜ੍ਹਨ ਲੱਗ ਜਾਣਾ ਹੈ। ਹੁਕਮ ਤੇ ਆਦਿ ਗੁਰਬਾਣੀ ਨੂੰ ਵੀ ਪੜ੍ਹਨ ਦਾ ਨਹੀਂ, ਕਿਉਂਕਿ ਗੁਰੂ ਖਾਲਸਾ ਜੀ ਇੱਕ ਸਿੱਖ ਪੜ੍ਹਦਾ ਸੀ, ਉਹਨੇ ਤੁਕ ਪੜ੍ਹੀ ਸੀ, ਕਰਤੇ ਕੀ ਮਿਤ ਕਰਤਾ ਜਾਣੈ, ਕੇ ਜਾਣੈ ਗੁਰਸੂਰਾ। ਮਹਾਰਾਜ ਸਾਹਿਬ ਜੀ ਨੇ ਅੰਦਰੋਂ ਆਵਾਜ਼ਾਂ ਦਿੱਤਾ, ਸਿੱਖ ਦਰਸ਼ਨੀ ਡਿਓੜੀ 'ਚ ਬਹਿ ਕੇ ਪਾਠ ਕਰਦਾ ਸੀ ਵੀ ਤੁਕ ਨੂੰ ਵੇਖ ਕੇ ਸੁਧਾਰ ਕੇ ਪੜ੍ਹ, ਲਗਾ ਲਾ ਕੇ ਪੜ੍ਹ। ਪਾਠ ਵਿੱਚ ਮਗਨ ਸੀ, ਨਹੀਂ ਸੁਣਿਆ। ਮਹਾਰਾਜ ਨੇ ਸਿੱਖ ਨੂੰ ਕੋਲ ਸੱਦ ਕੇ ਥੱਪੜ ਮਾਰੇ। ਸਿੱਖ ਨੇ ਗੁੱਸਾ ਕੀਤਾ, ਮਹਾਰਾਜ ਨਾਲੇ ਥੱਪੜ ਮਾਰਦੇ ਮਰਵਾਉਂਦੇ ਹੋ ਤੇ ਨਾਲੇ ਗੁਰੂ ਖਾਲਸਾ ਜੀ ਬਾਣੀ ਪੜ੍ਹੀਏ ਤੇ ਨਾਲੇ ਚਪੇੜਾਂ ਖਾਈਏ। ਮਹਾਰਾਜ ਸਾਹਿਬ ਜੀ ਕਹਿੰਦੇ ਤੂੰ ਮਹਾਰਾਜ ਦੀ ਬਾਣੀ ਦੇ ਅੰਗ ਭੰਗ ਕਰਦਾ ਸਾਂ, ਗੁਰਬਾਣੀ ਦੇ ਅੰਗ ਨਹੀਂ ਸਾਡੇ ਅੰਗਾਂ ਨੂੰ ਤੋੜਦਾ ਪਿਆ ਸਾਂ। ਮਹਾਰਾਜ ਨੇ ਕਿਹਾ ਜੇ ਕਰਤੇ ਕੀ ਮਿਤ ਕਰਤਾ ਜਾਣੈ, ਕੇ ਜਾਣੈ ਗੁਰਸੂਰਾ। ਕੇ ਪੜ੍ਹੀਏ ਤੇ ਕੇ ਦਾ ਅਰਥ ਹੁੰਦਾ ਏ ਕੀ। ਕਰਤੇ ਅਕਾਲ ਪੁਰਖ ਦੀ ਮਰਿਆਦਾ ਨੂੰ ਕਰਤਾ ਅਕਾਲ ਪੁਰਖ ਹੀ ਜਾਣਦਾ ਏ, ਉਹਦੇ ਸੂਰਮੇ ਕੀ ਜਾਣਦੇ ਨੇ, ਭਾਵ ਨਹੀਂ ਜਾਣਦੇ, ਇਹ ਅਨਰਥ ਹੋ ਜਾਏਗਾ। ਪਾਠ ਹੈ ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਕਰਤੇ ਦੀ ਮਰਿਆਦਾ ਨੂੰ ਕਰਤਾ ਹੀ ਜਾਣਦਾ ਏ ਜਾਂ ਉਸ ਦੇ ਸਾਜੇ ਹੋਏ ਸੂਰਮੇ ਜਾਣਦੇ ਹਨ। ਤੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਤੇ ਅਰਥਾਂ ਦੀ ਸੋਝੀ ਕੋਈ ਨਹੀਂ,
ਆਪ ਜੀ ਗੁਰਬਾਣੀ ਦੇ ਅਰਥ ਪੜਾਓ। ਗੁਰੂ ਖਾਲਸਾ ਜੀ ਮਹਾਰਾਜ ਨੇ ਬਚਨ ਕੀਤਾ ਵੀ ਤੁਹਾਨੂੰ ਗੁਰਬਾਣੀ ਦੇ ਅਰਥ ਜਦੋਂ ਯੁੱਧਾਂ 'ਚੋਂ ਵਿਹਲੇ ਹੋਵਾਂਗੇ ਉਦੋਂ ਪੜਾਵਾਂਗੇ। ਜਦੋਂ ਚਮਕੌਰ ਦੀ ਗੜੀ ਵਿੱਚ ਕਲਗੀਧਰ ਪਾਤਸ਼ਾਹ ਜੀ ਆਏ, ਉੱਥੇ ਮਹਾਰਾਜ ਨੇ ਵਿਚਾਰਿਆ ਵੀ ਬਾਰ-ਬਾਰ ਬੇਨਤੀ ਕੀਤੀ ਹੈ, ਅਤ ਹੀ ਰਨ ਮੈਂ ਤਬ ਜੂਝ ਮਰੂੰ, ਜਬ ਦਾ ਉਹ ਵੇਲਾ ਆ ਗਿਆ ਹੈ। ਹੁਣ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹਾਦਤ ਪ੍ਰਾਪਤ ਕਰਨੀ ਹੈ। ਖਾਲਸੇ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਚਲੇ ਗਏ ਤੇ ਸਾਡੇ ਵਰਗੇ ਹੋਰ ਤੁਸੀਂ ਸਜਾ ਲਓਗੇ, ਪਰ ਤੁਸੀਂ ਚਲੇ ਗਏ, ਸਾਡੇ ਕੋਲੋਂ ਗੁਰੂ ਗੋਬਿੰਦ ਸਿੰਘ ਨਹੀਂ ਸਾਜਿਆ ਜਾਣਾ। ਮਹਾਰਾਜ ਆਪ ਜੀ ਨੇ ਬਚਨ ਕੀਤਾ ਸੀ ਗੁਰਬਾਣੀ ਦੇ ਅਰਥ ਪੜਾਵਾਂਗੇ, ਉਹ ਬਚਨ ਅਧੂਰਾ ਰਹਿ ਜਾਵੇਗਾ। ਆਪ ਜੀ ਸੱਚੇ ਪਾਤਸ਼ਾਹ ਜੀ ਇਥੋਂ ਚਲੇ ਜਾਓ, ਕਰਨ ਕਾਰਨ ਸਮਰੱਥ ਹੋ। ਮਹਾਰਾਜ ਪੰਜਾਂ ਸਿੰਘਾਂ ਦੀ ਗੱਲ ਮੰਨ ਕੇ ਪੰਜਾਂ ਨੂੰ ਗੁਰੂ ਖਾਲਸਾ ਜੀ ਪਾਤਸ਼ਾਹੀ ਦੇ ਕਰਕੇ, ਗੁਰਤਾ ਦਾ ਸਿੰਘਾਸਨ ਦੇ ਕਰਕੇ ਆਪ ਅੱਗੇ ਗਏ ਨੇ, ਦਮਦਮੇ ਗਏ ਨੇ। ਸਿੱਖਾਂ ਦੀ ਬੇਨਤੀ ਨੂੰ ਮੰਨ ਕਰਕੇ ਮਹਾਰਾਜ ਨੇ ਕਰਤਾਰਪੁਰ ਸਾਹਿਬ ਬੀੜ ਲੈਣ ਵਾਸਤੇ ਭੇਜਿਆ। ਧੀਰਮਲੀਆਂ ਨੇ ਨਾ ਨੁਕਰ ਕੀਤੀ, ਕਿਹਾ ਜੇ ਕਲਗੀਧਰ ਪਾਤਸ਼ਾਹ ਪੂਰਾ ਗੁਰੂ ਹੈ, ਉਹਦੀ ਪੂਜਾ ਅਰਚਨਾ ਕਰਦੇ ਹੋ, ਗੁਰਦੇਵ ਮੰਨਦੇ ਹੋ, ਤੇ ਬਾਣੀ ਉਹ ਕੰਠੋਂ ਨਹੀਂ ਉਚਾਰ ਸਕਦਾ। ਮਹਾਰਾਜ ਨੂੰ ਆ ਕੇ ਕਿਹਾ, ਸੱਚੇ ਪਾਤਸ਼ਾਹ ਜੀ ਨੇ ਭਾਈ ਮਣੀ ਸਿੰਘ ਜੀ ਦੀ ਡਿਊਟੀ ਲਾਈ ਵੀ ਲਿਖਾਰੀ ਲੱਗੋ। ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਸੁਨੇਹਾ ਭੇਜ ਕੇ ਪਿੰਡੋਂ ਬੁਲਾਇਆ। ਗੁਰੂ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਨਾਲ ਸਹਾਇਕ ਲੱਗੇ। ਗੁਰੂ ਖਾਲਸਾ ਜੀ ਇਹ ਪਾਵਨ ਗੁਰਬਾਣੀ ਮਹਾਰਾਜ ਕੰਠੋਂ ਉਚਾਰਦੇ, ਭਾਈ ਮਣੀ ਸਿੰਘ ਜੀ ਲਿਖਦੇ। ਸ਼ਾਮ ਨੂੰ 48 ਸਿੰਘਾਂ ਨੂੰ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਅਰਥ ਪੜਾਉਂਦੇ ਸਨ। ਗੁਰੂ ਖਾਲਸਾ ਜੀ ਜਦੋਂ ਇਹ ਗੁਰਬਾਣੀ ਦੀ ਕਥਾ ਸੁਣੀ, ਬਾਅਦ ਵਿੱਚ ਮਹਾਰਾਜ ਨੇ ਅਖੰਡ ਪਾਠ ਕਰਵਾਇਆ ਗੁਰੂ ਕੇ ਸਿੰਘਾਂ ਤੋਂ। ਗੁਰੂ ਖਾਲਸਾ ਜੀ 46 ਸਿੰਘ ਬਦੇ ਮੁਕਤੀ ਹੋ ਗਏ। ਜੀਂਦੇ ਹੀ ਸੱਚਖੰਡ ਵਿੱਚ ਜਾ ਵਸੇ। ਅਵਸਥਾ ਤੁਰਿਆ ਅਵਸਥਾ ਵਿੱਚ ਚਲੀ ਗਈ। ਸੁਰਤ ਗੁਰੂ ਖਾਲਸਾ ਜੀ ਦਸਵੇਂ ਦਵਾਰ ਵਿੱਚ ਜਾ ਕੇ ਟਿਕ ਗਈ। ਭਾਈ ਮਣੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਰਹਿ ਗਏ। ਮਹਾਰਾਜ ਕਲਗੀਧਰ ਜੀ ਨੇ ਭਾਈ ਮਣੀ ਸਿੰਘ ਸਾਹਿਬ ਜੀ ਉਹਨਾਂ ਨੂੰ ਨਿਸ਼ਾਨ ਨਗਾਰਾ ਦੇ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਤੋਰ ਦਿੱਤਾ ਤੇ ਕਿਹਾ, ਗੁਰੂ ਖਾਲਸਾ ਜੀ ਆਪ ਜੀ ਜਾ ਕਰਕੇ ਗੁਰਬਾਣੀ ਦੇ ਅਰਥ ਪੜਾਓ, ਗੁਰਬਾਣੀ ਦੇ ਅਰਥਾਂ ਦੀ ਸੰਪਰਦਾਇ ਚਲਾਓ। ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਰਹੇ। ਉਹਨਾਂ ਨੂੰ ਆਗਿਆ ਕੀਤੀ, ਆਪ ਜੀ ਇੱਥੇ ਰਹਿ ਕਰਕੇ ਗੁਰਬਾਣੀ ਦੇ ਪਾਵਨ ਸਰੂਪਾਂ ਦੇ ਉਤਾਰੇ ਕਰੋ, ਗੁਰਸਿੱਖਾਂ ਵਿੱਚ ਵਿਦਿਆ ਵੰਡੋ। ਗੁਰੂ ਖਾਲਸਾ ਜੀ ਪੜ੍ਹਨ ਦੀ ਸੰਪਰਦਾਇ ਪ੍ਰਾਰੰਭ ਹੋਈ ਅਤੇ ਉੱਥੋਂ ਗੁਰੂ ਖਾਲਸਾ ਜੀ ਅੱਗੇ ਭਾਈ ਮਣੀ ਸਿੰਘ ਸਾਹਿਬ ਜੀ ਵਿਦਿਆ ਪੜ੍ਹਾਉਂਦੇ ਰਹੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਗੁਰੂ ਖਾਲਸਾ ਜੀ ਪ੍ਰਬੰਧ ਸੰਭਾਲਣਾ, ਪ੍ਰਕਰਮਾਂ ਵਿੱਚ ਬੈਠ ਕੇ ਗੁਰਬਾਣੀ ਦੇ ਅਰਥ ਪੜ੍ਹਾਉਣੇ, ਟਕਸਾਲ ਚਲਾਉਣੀ ਅਤੇ ਗਿਆਨੀਆਂ ਦੀ ਸੰਪਰਦਾਇ ਨੂੰ ਅੱਗੇ ਤੋਰਨਾ। ਗੁਰੂ ਖਾਲਸਾ ਜੀ ਚਲਦਿਆਂ ਚਲਦਿਆਂ ਇਤੋਂ ਅਨੇਕਾਂ ਗਿਆਨੀਆਂ ਦੀਆਂ ਸੰਪਰਦਾਵਾਂ ਵਰੋਸਾਈਆਂ ਗਈਆਂ। ਇੱਕ ਗੁਰੂ ਖਾਲਸਾ ਜੀ ਬਾਬਾ ਹਰਨਾਮ ਸਿੰਘ ਜੀ ਬੇਦੀ ਜੀ ਹੋਏ ਹਨ। ਬੜੇ ਬਜ਼ੁਰਗ ਸਨ, ਵਿਦਵਾਨ ਸਨ। ਭਾਈ ਮਣੀ ਸਿੰਘ ਸਾਹਿਬ ਜੀ ਨੇ ਜਿਹੜੇ ਅਰਥ ਕਲਗੀਧਰ ਤੋਂ ਸੁਨੇ, ਬਾਬਾ ਹਰਨਾਮ ਸਿੰਘ ਜੀ ਬੇਦੀ ਉਹਨਾਂ ਦੇ ਕੰਠਾਗਰ ਸਨ। ਆਪਣੇ ਸਮੇਂ ਵਿੱਚ ਲਾਮਿਸਾਲ ਗਿਆਨੀ ਸਨ। ਉਹਨਾਂ ਨੇ ਗੁਰੂ ਖਾਲਸਾ ਜੀ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਦੇ ਪਾਸ ਬਜ਼ੁਰਗ ਅਵਸਥਾ ਵਿੱਚ ਹੀ ਕੁਝ ਸਮਾਂ ਟਿਕਾਣਾ ਕੀਤਾ। ਉੱਥੇ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਗੁਰੂ ਖਾਲਸਾ ਜੀ ਵਿਦਿਆ ਪੜ੍ਹੀ ਅਤੇ ਗੁਰਬਾਣੀ ਦੇ ਅਰਥਾਂ ਦੀ ਸੰਥਿਆ ਕੀਤੀ। ਉਹਨਾਂ ਤੋਂ ਬਾਅਦ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਸੰਤ ਗਿਆਨੀ ਕਰਤਾਰ ਸਿੰਘ ਜੀ, ਸੰਤ ਗਿਆਨੀ ਮੋਹਨ ਸਿੰਘ ਜੀ। ਸੰਤ ਗਿਆਨੀ ਮੋਹਨ ਸਿੰਘ ਜੀ ਤੋਂ ਪਿੰਡਰਾਂ ਵਾਲੀ ਸੰਪਰਦਾਇ ਪਿੰਡਰਾਂ ਵਿੱਚ ਹੈ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਤੋਂ ਮਹਿਤੇ ਵਿਖੇ ਗੁਰੂ ਖਾਲਸਾ ਜੀ ਟਕਸਾਲ ਚੱਲਦੀ ਹੈ। ਅੱਗੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਮਹਾਨ ਗੁਰਬਾਣੀ ਦਾ ਵਿਦਿਆ ਦਾ ਪ੍ਰਚਾਰ ਕੀਤਾ। ਧਰਮ ਯੁੱਧ ਮੋਰਚਾ ਵੀ ਲੜਿਆ ਹੈ। ਗੁਰੂ ਖਾਲਸਾ ਜੀ ਸੱਤੋ ਗਲੀ ਵਾਲੀ ਟਕਸਾਲ, ਇਹ ਵੀ ਟਕਸਾਲ ਭਾਈ ਮਣੀ ਸਿੰਘ ਸਾਹਿਬ ਜੀ ਤੋਂ ਹੀ ਫੁੱਟਦੀ ਹੈ।
ਇਸ ਤਰ੍ਹਾਂ ਭਾਈ ਮਣੀ ਸਿੰਘ ਸਾਹਿਬ ਜੀ, ਉਹਨਾਂ ਨੇ ਗੁਰੂ ਖਾਲਸਾ ਜੀ ਅਨੇਕਾਂ ਹੀ ਗੁਰਸਿੱਖੀ ਦਾ ਪ੍ਰਚਾਰ ਕਰਨ ਲਈ ਵਿਦਿਆਰਥੀ ਤਿਆਰ ਕੀਤੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਗੁਰਮੁਖ ਪ੍ਰਕਾਸ਼ ਗ੍ਰੰਥ ਵਿੱਚ ਕਵਿਤਾ ਵਿੱਚ ਸਾਰੀ ਬੰਸਾਵਲੀ ਲਿਖੀ ਹੈ ਅਤੇ ਉਹਨਾਂ ਦੀ ਕਸ਼ਟ ਵੀ ਹੈ, ਜਿਹਦੇ ਵਿੱਚ ਗੁਰੂ ਖਾਲਸਾ ਜੀ ਇਹ ਸਾਰਾ ਹੀ ਉਹਨਾਂ ਨੇ ਬਿਆਨ ਕੀਤਾ ਹੈ, ਰਿਕਾਰਡ ਵੀ ਹੈ। ਇਸੇ ਤਰ੍ਹਾਂ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੇ ਅਨੰਦਪੁਰ ਸਾਹਿਬ ਤੋਂ ਵੀ ਇੱਕ ਟਕਸਾਲ ਚਲਾਈ। ਗੁਰੂ ਖਾਲਸਾ ਜੀ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਭਾਈ ਨੰਦ ਲਾਲ ਸਾਹਿਬ ਜੀ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ, ਮਹਾਰਾਜ ਨੂੰ ਇੱਕ ਗ੍ਰੰਥ ਭੇਟ ਕੀਤਾ, ਨਾਮ ਰੱਖਿਆ ਸੀ ਬੰਦਗੀ ਨਾਮਾ। ਸੱਚੇ ਪਾਤਸ਼ਾਹ ਜੀ ਨੇ ਉਹਦਾ ਨਾਮ ਗੁਰੂ ਖਾਲਸਾ ਜੀ ਜ਼ਿੰਦਗੀ ਨਾਮਾ ਰੱਖ ਦਿੱਤਾ। ਕਹਿਣ ਲੱਗੇ ਇਹਨੂੰ ਜਿਹੜਾ ਪੜ੍ਹੇਗਾ ਉਹਦੀ ਜ਼ਿੰਦਗੀ ਸਫਲ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਗ੍ਰੰਥ ਫਾਰਸੀ ਅੱਖਰਾਂ ਵਿੱਚ ਹੈ, ਆਪ ਜੀ ਗੁਰਸਿੱਖਾਂ ਨੂੰ ਪੜ੍ਹਾਓ ਤਾਂ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਸ ਗ੍ਰੰਥ ਦਾ ਬੋਲਬਾਲਾ ਵੱਧ ਜਾਵੇ। ਪਹਿਲੇ 2 ਵਿਦਿਆਰਥੀ ਭਾਈ ਮਣੀ ਸਿੰਘ ਤੇ ਪਿਆਰੇ ਦਇਆ ਸਿੰਘ ਜੀ ਲੱਗੇ। ਭਾਈ ਮਣੀ ਸਿੰਘ ਜੀ ਤੋਂ ਅੱਗੇ ਗੁਰੂ ਖਾਲਸਾ ਜੀ ਅਨੇਕਾਂ ਵਿਦਿਆਰਥੀ ਪੜ੍ਹਦੇ ਰਹੇ। ਪੜ੍ਹਦਿਆਂ ਪੜ੍ਹਾਉਂਦਿਆਂ ਗੁਰੂ ਖਾਲਸਾ ਜੀ ਇਸ ਗ੍ਰੰਥ ਦੇ ਟੀਕੇ ਵੀ ਸੰਪਰਦਾਇ ਢੰਗ ਤਰੀਕੇ ਨਾਲ ਤਿਆਰ ਕੀਤੇ ਗਏ। ਉਹਦੇ ਵਿੱਚ ਗੁਰੂ ਖਾਲਸਾ ਜੀ ਇਹ ਸਾਰਾ ਬੰਸਾਵਲੀ ਨਾਮਾ ਲਿਖਿਆ ਹੈ। ਬਾਬਾ ਦਇਆ ਸਿੰਘ ਜੀ ਪਿੰਡਰਾਂ ਵਿੱਚ ਰਹਿ ਕਰਕੇ ਗ੍ਰੰਥ ਪੜ੍ਹਾਉਂਦੇ ਰਹੇ। ਸੰਤ ਗਿਆਨੀ ਕਰਤਾਰ ਸਿੰਘ ਜੀ ਮੋਟਾ ਅੱਖਰ ਜੀ, ਉਹਨਾਂ ਨੇ ਗੁਰੂ ਖਾਲਸਾ ਜੀ ਇਸ ਗ੍ਰੰਥ ਨੂੰ ਬਹੁਤ ਪੜ੍ਹਾਇਆ, ਬੜੀ ਉਹਨਾਂ ਨੇ ਵਿੱਦਿਆ ਵੰਡੀ, ਬੜਾ ਉਹਨਾਂ ਮਹਾਂਪੁਰਖਾਂ ਨੇ ਪਰਉਪਕਾਰ ਕੀਤਾ। ਤੇ ਗੁਰੂ ਖਾਲਸਾ ਜੀ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ, ਮਹਾਂਪੁਰਖ ਬਾਬਾ ਗੱਜਣ ਸਿੰਘ ਸਾਹਿਬ ਜੀ ਨੂੰ ਉਹਨਾਂ ਨੇ ਵਿੱਦਿਆ ਦਿੱਤੀ। ਅੱਜ ਗੁਰੂ ਖਾਲਸਾ ਜੀ ਮਹਾਂਪੁਰਖਾਂ ਦੀ ਆਗਿਆ ਅਨੁਸਾਰ ਜੋ ਉਹਨਾਂ ਦੇ ਪਠਨ ਪੜਾਉਣ ਦੀ ਲੀਲਾ ਸੀ, ਜੋ ਵਿੱਦਿਆ ਵੰਡਣ ਦਾ ਕਾਰਜ ਸੀ, ਉਹ ਗੁਰੂ ਖਾਲਸਾ ਜੀ ਅੱਜ ਵੀ ਤਰਨੇ ਦਲ ਵਿੱਚ ਚੱਲਦਾ ਪਿਆ ਹੈ। ਗੁਰੂ ਕੇ ਪੰਥ ਨੇ ਮਹਾਂਪੁਰਖਾਂ ਨੇ ਦਾਸ ਦੀ ਡਿਊਟੀ ਲਗਾਈ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਆਗਿਆ, ਸਤਿਗੁਰਾਂ ਦੇ ਚਰਨਾਂ ਵਿੱਚੋਂ ਆਗਿਆ ਮੰਗਦੇ ਹਾਂ। ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ, ਮਹਾਰਾਜ ਇਹ ਸੇਵਾ ਆਪ ਜੀ ਲੈਂਦੇ ਰਹੇ ਹੋ। ਸੋ ਸੰਥਿਆ ਦਾ ਗੁਰੂ ਖਾਲਸਾ ਜੀ ਬੜਾ ਵੱਡਾ ਮਹਾਤਮ ਹੈ। ਸੰਥਿਆ ਨਾਲ ਪਾਠ ਦੀ ਦੁਰਸਤੀ ਹੋ ਜਾਂਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਦਰਸ਼ਨ ਪਰਸਨ ਕਰੇ, ਸੰਥਿਆ ਦੇ ਨਾਲ ਜਿਹਨੇ ਪਾਠ ਕੀਤਾ ਹੋਵੇ ਉਹ ਪਾਠੀ ਲੱਗੇ, ਉਹ ਇਸ ਗ੍ਰੰਥ ਦਾ ਪਾਠ ਕਰੇ। ਮੰਗਲ ਦ੍ਰਵਯ ਕਦਲੀ ਤਰ ਦੁਆਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਥੇ ਪਾਠ ਹੋਵੇ ਨਾ ਸਰਬਲੋ ਪ੍ਰਕਾਸ਼ ਗ੍ਰੰਥ ਦਾ, ਉਸ ਘਰ ਦੇ ਦਰਵਾਜ਼ੇ ਅੱਗੇ ਕਦਲੀ ਕੇਲੇ ਦੇ ਤਰ ਰੁੱਖ ਬੱਧੇ ਜਾਣ, ਪਤਾ ਲੱਗੇ ਵੀ ਇੱਥੇ ਮਹਾਰਾਜ ਦੀ ਪਾਵਨ ਬਾਣੀ ਦਾ ਪਾਠ ਹੋ ਰਿਹਾ ਹੈ। ਤੇ ਮੰਗਲ ਖੁਸ਼ੀਆਂ ਦੇ ਨਾਲ ਦਰਵਯ ਪਦਾਰਥ ਜਿਹੜੇ ਨੇ, ਧਨ ਦੌਲਤ ਹੈ ਜਾਂ ਕੱਪੜੇ ਵਸਤਰ ਆਦਿਕ ਨੇ, ਪਕਵਾਨ ਆਦਿਕ ਨੇ, ਉਹਨਾਂ ਨੂੰ ਵਰਤਾਇਆ ਜਾਵੇ, ਵੰਡਿਆ ਜਾਵੇ। ਆਰੰਭ ਸਮੈ ਸਦ ਗ੍ਰੰਥ ਅਨੁਸਾਰ। ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਆਰੰਭ ਕਰਨਾ ਹੈ, ਸਦ ਕਹੀਏ ਸ੍ਰੇਸ਼ਟ ਗ੍ਰੰਥ ਜਿਹੜਾ ਹੈ, ਉਸ ਦੇ ਆਰੰਭ ਕਰਨ ਦੇ ਸਮੇਂ ਵਿਧੀ ਅਨੁਸਾਰ ਪੂਜਾ ਕੀਤੀ ਜਾਵੇ, ਵਿਧੀ ਅਨੁਸਾਰ ਲੰਗਰ ਆਦਿਕ ਲਗਾਇਆ ਜਾਵੇ। ਲਾਲੀ ਪਾਠ ਸਮਾਪਤ ਗ੍ਰੰਥ ਹੈ ਜਪੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਜਦੋਂ ਗ੍ਰੰਥ ਦਾ ਪਾਠ ਸਮਾਪਤ ਹੋਵੇ, ਭੋਗ ਦਾ ਵੇਲਾ ਆਵੇ, ਪਾਠ ਪੂਰਨ ਹੋਣ ਦਾ ਵੇਲਾ ਆਵੇ, ਅਖੰਡ ਜਾਪ ਦਾ ਭੋਗ ਪਵੇ, ਜਦੋਂ ਸਰਬਲੋ ਪ੍ਰਕਾਸ਼ ਗ੍ਰੰਥ ਦਾ ਕਰਾਹੋ ਗੁਰਪੁਰਬ ਕਰੇ ਸਿੱਖ ਤਬੈ। ਹਾਂ ਕਹਿੰਦੇ ਜੇ ਗੁਰੂ ਕਾ ਸਿੱਖ ਹੋਵੇ ਨਾ ਤਬੈ ਤਦੋਂ ਆਪਣੇ ਘਰ ਵਿੱਚ ਗੁਰਪੁਰਬ ਕਰੇ ਤੇ ਕਰਾਹੋ ਕੜਾ ਪ੍ਰਸ਼ਾਦ ਕਰੇ ਅਤੇ ਗੁਰਪੁਰਬ ਕਰੇ। ਕਰਾਹੋ ਗੁਰਪੁਰਬ, ਗੁਰੂ ਖਾਲਸਾ ਜੀ ਆਪਣੇ ਘਰ ਦੇ ਵਿੱਚ ਗੁਰਪੁਰਬ ਨੂੰ ਕਰਾਹੋ ਕਰਾਉਣਾ ਕਰੇ। ਤੇ ਸਿੱਖ ਤਬੈ, ਜਿਹੜਾ ਸਿੱਖ ਹੈ ਨਾ, ਤਬੈ ਤਦੋਂ ਇਹ ਮਰਿਆਦਾ ਨੂੰ ਕਰਨਾ ਕਰੇ, ਕਰੈ ਦੋਧ ਲਾਵਾਏ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਭੋਗ ਪੈਣ ਦਾ ਵੇਲਾ ਆਵੇ ਉਦੋਂ ਕੜਾ ਪ੍ਰਸ਼ਾਦ ਕਰੇ
ਆਪਣੇ ਘਰ ਵਿੱਚ ਗੁਰਪੁਰਬ ਜਿਹੀਆਂ ਖੁਸ਼ੀਆਂ ਕਰੇ, ਉਤਸ਼ਾਹ ਕਰੇ, ਜੋੜ ਮੇਲਾ ਕਰੇ ਗੁਰੂ ਕੇ ਸਿੱਖਾਂ ਦਾ। ਪੂਜੈ ਸਰਬ ਲੋਹ ਭਗਵਾਨਾ। ਹਾਂ, ਸਰਬ ਲੋਹ ਭਗਵਾਨ ਨੂੰ ਪੂਜੇ, ਵਿਧੀ ਪੂਰਵਕ ਪੂਜਾ ਦਾ ਪੰਚਾਂਗ ਕਰਕੇ ਸਰਬ ਲੋਹ ਭਗਵਾਨ ਦੀ ਪੂਜਾ ਕਰਨਾ ਕਰੇ। ਅਰਪੈ ਸਰਬ ਕਾਮਨਾ ਪ੍ਰਧਾਨਾ। ਹਾਂ, ਕਹਿੰਦੇ ਵੀ ਅਰਪੈ ਅਰਪਣ ਕਰੇ ਸਰਬ ਕਾਮਨਾ, ਆਪਣੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਨਾ ਉਹ ਸਰਬ ਲੋਹ ਭਗਵਾਨ ਦੇ ਚਰਨਾਂ ਵਿੱਚ ਅਰਪਣ ਕਰੇ। ਜਿਹੜੀਆਂ ਪ੍ਰਧਾਨ ਕਾਮਨਾਵਾਂ ਨੇ, ਪ੍ਰਧਾਨ ਇੱਛਾਵਾਂ ਨੇ, ਮਹਾਰਾਜ ਆ ਵੀ ਇੱਛਾ ਪੂਰੀ ਕਰੋ, ਆ ਵੀ ਇੱਛਾ, ਨਿੱਕੀਆਂ ਨਿੱਕੀਆਂ ਨਹੀਂ। ਮਹਾਰਾਜ ਕਲਗੀਧਰ ਜੀ ਕਹਿੰਦੇ ਪ੍ਰਧਾਨ ਇੱਛਾਵਾਂ, ਵੱਡੀਆਂ ਇੱਛਾਵਾਂ ਅਰਪੈ ਪੱਪੇ ਨੂੰ ਦੋ ਦਲਾਵਾਂ ਨੇ ਅਰਪਣ ਕਰੇ, ਸਰਬ ਲੋਹ ਭਗਵਾਨ ਜੀ ਪੂਰੀਆਂ ਕਰ ਦੇਣਗੇ। ਪੁਸ਼ਪ ਅੰਜੁਲ ਪੂਜੈ ਹਰ ਦੇਵਾ। ਪੁਸ਼ਪ ਮੈਨੇ ਫੁੱਲ ਤੇ ਅੰਜੁਲੀ ਮੈਨੇ ਬੁੱਕ, ਬੁੱਕਾਂ ਵਿੱਚ ਫੁੱਲ ਭਰ ਭਰ ਕੇ ਨਾ ਤੇ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਜੋ ਦੇਵਾ ਪ੍ਰਕਾਸ਼ ਰੂਪ ਨੇ, ਹਰੇ ਭਰੇ ਕਰਨ ਵਾਲੇ ਨੇ, ਉਹਨਾਂ ਦਾ ਅਵਤਾਰ ਸਰਬ ਲੋਹ ਜੀ ਉਹਨੂੰ ਪੂਜੇ ਪੂਜਨਾ ਕਰੇ। ਸਰਬ ਫਲ ਸਰਬ ਅੰਨ ਸਭ ਮੇਵਾ। ਮਹਾਰਾਜ ਨੇ ਇੱਥੇ ਮਰਿਆਦਾ ਦੱਸੀ ਦਿੱਤੀ ਹੈ, ਜਦੋਂ ਭੋਗ ਪਵੇ ਸਾਰੇ ਹੀ ਫਲ ਲਿਆਵੇ, ਸਾਰੇ ਹੀ ਅੰਨ ਲਿਆਵੇ। ਮੇਵਾ ਕਹਿੰਦੇ ਨੇ ਡਰਾਈ ਫੂਡ ਨੂੰ, ਸਾਰਾ ਹੀ ਡਰਾਈ ਫੂਡ ਲਿਆਵੇ ਜਿੰਨਾ ਦੁਕਾਨਾਂ ਤੋਂ ਮਿਲੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਬਾਬਾ ਸੰਤਾ ਸਿੰਘ ਜੀ, ਉਹਨਾਂ ਨੇ ਜਦੋਂ ਗੁਰੂ ਖਾਲਸਾ ਜੀ ਇਹ ਪਾਠ ਕਰਾਇਆ ਨਾ ਸਰਬ ਲੋਹ ਪ੍ਰਕਾਸ਼ ਗ੍ਰੰਥ ਦਾ, ਤੇ ਅਸਥਾਨ ਚੁਣਿਆ ਹਜੂਰ ਸਾਹਿਬ, ਮਾਤਾ ਸਾਹਿਬ ਦੇਵਾਂ ਜੀ ਉਹਨਾਂ ਦੇ ਚਰਨਾਂ ਕਮਲਾਂ ਵਿੱਚ ਸਾਰਾ ਗੁਰੂ ਕਾ ਪੰਥ ਖਾਲਸਾ ਇਕੱਠਾ ਹੋਇਆ, ਉੱਥੇ ਪਾਠ ਰੱਖਿਆ ਗਿਆ। ਨੰਦੇੜ ਸਾਹਿਬ ਵਿੱਚ ਜਿੰਨੇ ਮੇਵੇ ਸੀ, ਜਿੰਨਾ ਡਰਾਈ ਫੂਡ ਸੀ, ਸਾਰਾ ਹੀ ਖਰੀਦ ਲਿਆ ਗਿਆ, ਦੁਕਾਨਾਂ ਵਿਹਲੀਆਂ ਕਰ ਦਿੱਤੀਆਂ। ਤਿੰਨੇ ਦਿਨ ਗੁਰੂ ਖਾਲਸਾ ਜੀ ਡਰਾਈ ਫੂਡ ਵਰਤਿਆ। ਨੰਦੇੜ ਦੇ ਲੋਕਾਂ ਨੇ ਝੋਲੀਆਂ ਭਰ ਭਰ ਕੇ ਖੜੀਆਂ ਤੇ ਨਾਲੇ ਗੁਰੂ ਕੇ ਪੰਥ ਦੀਆਂ ਜੈ ਜੈਕਾਰਾਂ ਕੀਤੀਆਂ। ਤੇ ਨੰਦੇੜ ਵਿੱਚ ਆਮ ਗੱਲ ਚੱਲੀ ਵੀ ਨਿਹੰਗ ਸਿੰਘਾਂ ਨੇ ਲੋਹੇ ਦਾ ਗ੍ਰੰਥ ਬਣਾ ਕੇ ਲਿਆਂਦਾ ਹੈ ਕੋਈ, ਤੇ ਜਦੋਂ ਭੋਗ ਪਾਉਂਦੇ ਨੇ ਤੇ ਉਦੋਂ ਮੇਵੇ ਆਦਿਕ ਨਾ ਝੋਲੀਆਂ ਭਰ ਦਿੰਦੇ ਹਨ। ਇਹੋ ਜਿਹੇ ਗੁਰੂ ਖਾਲਸਾ ਜੀ ਪ੍ਰਚਾਰ ਪ੍ਰਸਾਰ ਹੋਏ ਉੱਥੇ। ਸੋ ਮਹਾਰਾਜ ਕਹਿੰਦੇ ਸਾਰੇ ਫਲ, ਸਾਰੇ ਅੰਨ ਤੇ ਸਾਰੇ ਮੇਵੇ ਲੈ ਆਵੇ। ਜੇ ਗਰੀਬ ਹੋਵੇ ਤੇ ਘੱਟੋ ਘੱਟ 7 ਪ੍ਰਕਾਰ ਦਾ ਫਲ, 7 ਪ੍ਰਕਾਰ ਦਾ ਅੰਨ, 7 ਪ੍ਰਕਾਰ ਦੇ ਮੇਵੇ ਲਿਆਵੇ। ਗੁਰੂ ਖਾਲਸਾ ਜੀ ਸਾਰੇ ਅੰਨ ਮਿਲਾ ਕਰਕੇ ਜਾਂ ਤੇ ਵੇਸਣ ਵਾਂਗੂ ਬਣਾ ਲਵੇ, ਮਠਿਆਈ ਤਿਆਰ ਕਰ ਲਵੇ, ਜਾਂ ਆਟੇ ਮਿਲਾ ਕੇ ਕੋਈ ਪ੍ਰਸ਼ਾਦੇ ਇਦਾਂ ਦੇ ਤਿਆਰ ਕਰ ਲਵੇ। ਇਸ ਤਰ੍ਹਾਂ ਭਗਵਾਨ ਦੇ ਚਰਨਾਂ ਵਿੱਚ ਅਰਪਣ ਕਰੇ। ਨੇਹ ਕਪਟ ਹੋਏ ਪੂਜੈ ਯਾ ਗ੍ਰੰਥਾ। ਮਹਾਰਾਜ ਕਹਿੰਦੇ ਕਿਸੇ ਪ੍ਰਕਾਰ ਦਾ ਕੋਈ ਕਪਟ ਨਾ ਰੱਖੇ ਆਪਣੇ ਮਨ ਵਿੱਚ, ਕੋਈ ਛਲ ਨਾ ਰੱਖੇ ਵੀ ਥੋੜਿਆਂ ਵਿੱਚ ਹੀ ਬਹੁਤਾ ਟੌਰ ਬਣਾ ਲਈਏ, ਇਹੋ ਜਿਹਾ ਕੋਈ ਭਾਵਨਾ ਨਾ ਰੱਖੇ। ਜਾਂ ਇਹ ਗੁਰਾਂ ਦੀ ਬਾਣੀ ਹੈ ਕਿ ਨਹੀਂ ਹੈ, ਜਾਂ ਐਵੇਂ ਇਹ ਨਜਾਇਜ਼ ਹੀ ਖਰਚਾ ਕਰਵਾਈ ਜਾਂਦੇ ਨੇ ਪਾਠ ਕਰਾਉਣ ਵਾਲੇ, ਇਹੋ ਜਿਹਾ ਕੋਈ ਕਪਟ ਨਾ ਹੋਵੇ ਮਨ ਵਿੱਚ। ਤੇ ਜਾ ਕਹੀਏ ਇਸ ਗ੍ਰੰਥ ਨੂੰ ਪੂਜਾ ਪੂਜਨਾ ਕਰੇ। ਸਰਦਾ ਯੁਕਤ ਸੁਣੈ ਨਿਤ ਸੰਥਾ। ਫਿਰ ਮਹਾਰਾਜ ਸਾਹਿਬ ਜੀ ਹੋਰ ਦੱਸਦੇ ਨੇ ਵਿਧੀ, ਕਹਿੰਦੇ ਸ਼ਰਧਾ ਦੇ ਸਮੇਤ ਨਿਤਾ ਹੀ ਇਹ ਗ੍ਰੰਥ ਦੀ ਸੰਥਿਆ ਹੀ ਸੁਣੀ ਜਾਵੇ, ਸੰਥਿਆ ਕਰੀ ਜਾਵੇ, ਸੰਥਿਆ ਸੁਣੀ ਜਾਵੇ। ਮਾਸਟਰ ਨੂੰ ਹੁਕਮ ਹੈ ਕਿ ਜਿੱਥੇ ਹੋਰਨਾਂ ਗ੍ਰੰਥਾਂ ਦੀ ਸੰਥਿਆ ਕਰਾਉਣੀ ਹੈ ਉੱਥੇ ਸਰਬ ਲੋਹ ਦੀ ਗ੍ਰੰਥ ਸੰਥਾ ਨਾ ਬੰਦ ਹੋਣ ਦੇਵੇ। ਨਿਤਾਈ ਸ਼ਰਧਾ ਦੇ ਯੁਗਤ ਸਰਬ ਲੋਹ ਪ੍ਰਕਾਸ਼ ਗ੍ਰੰਥ ਦੀ ਸੰਥਾ ਸੁਣੇ। ਸੰਥਾ ਦਾ ਅਰਥ ਗੁਰੂ ਖਾਲਸਾ ਜੀ ਸਬਕ ਵੀ ਹੈ, ਸੰਥਾ ਦਾ ਅਰਥ ਸਿੱਖਿਆ ਵੀ ਹੈ, ਕਥਾ ਵੀ ਹੈ। ਨਿਤਾਈ ਸ਼ਰਧਾ ਦੀ ਸਹਿਤ ਕਥਾ ਸੁਣੇ ਘਰ ਵਿੱਚ ਜਗਿਆਸੂ। ਜੇ ਕੋਈ ਮਾਸਟਰ ਹੋਵੇ ਤੇ ਉਹ ਸੰਥਿਆ ਸੁਣੇ ਵਿਦਿਆਰਥੀਆਂ ਕੋਲੋਂ। 8 ਤੀਰਥ ਤਪ ਬ੍ਰਤ ਸਾਧਨ। ਮਹਾਰਾਜ ਸਾਹਿਬ ਜੀ ਕਹਿੰਦੇ ਕੀ ਪੁੰਨ ਪ੍ਰਾਪਤ ਹੋਵੇਗਾ। ਸਾਹਿਬ ਜੀ ਕਹਿੰਦੇ ਨੇ 68 ਤੀਰਥਾਂ ਦੇ ਉੱਪਰ ਜਾ ਕੇ ਇਸ਼ਨਾਨ ਦਾ ਫਲ, ਜਪ ਕਰਨੇ, ਤਪ ਕਰਨੇ, ਬ੍ਰਤ ਆਦਿਕ ਰੱਖਣੇ, 4 ਸਾਧਨ, ਵੈਰਾਗ ਵਿਵੇਕ ਆਦਿਕ ਕਰਨੇ। ਜਿੰਨਾ ਗੁਰੂ ਖਾਲਸਾ ਜੀ ਉਹਨਾਂ ਦਾ ਫਲ ਹੁੰਦਾ ਏ, ਉਹਨਾਂ ਤੋਂ ਵਧੇਕ ਹਜ਼ਾਰਾਂ ਗੁਣਾ ਫਲ ਪ੍ਰਾਪਤ ਹੋ ਜਾਂਦਾ ਹੈ। ਬੋਧ ਪ੍ਰਾਪਤ ਗ੍ਰੰਥ ਸਮਾਗਮ। ਹਾਂ, ਪ੍ਰਾਪਤ ਹੁੰਦਾ ਹੈ ਜਦੋਂ ਇਹ ਗ੍ਰੰਥ ਦਾ ਪਾਠ ਕਰਦੇ ਨੇ,
ਇਹ ਗ੍ਰੰਥ ਨੂੰ ਲੈ ਕੇ ਕੋਈ ਸਮਾਗਮ ਕਰਾਉਂਦਾ ਹੈ, ਅਖੰਡ ਜਾਪ ਕਰਾਉਂਦਾ ਹੈ, ਜਾਂ ਸੰਧਿਆ ਕਰਾਉਂਦਾ ਹੈ, ਜਾਂ ਕੋਈ ਕਥਾ ਦਾ ਸਮਾਗਮ ਕਰਾਉਂਦਾ ਹੈ, ਉਹਨੂੰ ਇਹ ਫਲ ਪ੍ਰਾਪਤ ਹੁੰਦਾ ਏ। ਸਾਤਪੁਰੀ ਕੇ ਰਟਨ ਕੋ ਫਲ। ਮਹਾਰਾਜ ਸਾਹਿਬ ਜੀ ਕਹਿੰਦੇ ਕੋਈ ਸਤਪੁਰੀਆਂ ਵਿੱਚ ਹਿੰਦੂਆਂ 'ਚ ਮਰਿਆਦਾ ਏ। ਉਹ ਯੁੱਧਿਆ ਜਾਂਦੇ ਨੇ, ਮਥੁਰਾ ਜਾਂਦੇ ਨੇ, ਕਾਂਚੀ ਜਾਂਦੇ, ਦੁਆਰਕਾ ਜਾਂਦੇ, ਇਤਿਆਦਿ ਇਹਨਾਂ ਨੇ ਇਹ ਸਤਪੁਰੀਆਂ ਗਿਣੀਆਂ ਨੇ। ਇਹਨਾਂ ਦਾ ਬੜਾ ਵੱਡਾ ਮਹਾਤਮ ਗਿਣਦੇ ਨੇ। ਜਿਵੇਂ ਸਿੱਖ ਜਗਤ ਵਿੱਚ 5 ਤਖਤਾਂ ਦੀ ਯਾਤਰਾ ਦਾ ਮਹਾਤਮ ਗਿਣਦੇ ਨੇ, ਏਦਾਂ ਹੀ ਗੁਰੂ ਖਾਲਸਾ ਜੀ 7 ਪੁਰੀਆਂ ਦੇ ਰਟਣ ਦਾ ਫਲ ਗਿਣਦੇ ਨੇ। ਕਹਿੰਦੇ ਗ੍ਰੰਥ ਦਾ ਪਾਠ ਕਰ ਲਓ, ਘਰੇ ਹੀ ਫਲ ਪ੍ਰਾਪਤ ਹੋ ਜਾਵੇਗਾ। ਹੋਏ ਪ੍ਰਾਪਤ ਭਗਤਾ ਪੁਨ ਫਲ। ਹਾਂ, ਜਿਹੜਾ ਭਗਤਾ ਕਥਾਕਾਰ ਹੋਵੇਗਾ ਜਾਂ ਪੜ੍ਹਾਉਣ ਵਾਲਾ ਮਾਸਟਰ ਉਸਤਾਦ ਹੋਵੇਗਾ, ਉਹਨੂੰ ਇਹ ਪੁੰਨ, ਇਹ ਫਲ ਪ੍ਰਾਪਤ ਹੋਵੇਗਾ। ਪੁੰਨ ਅਦਕ ਨਾਲ ਬੋਲਣਾ ਹੈ। ਜੇ ਪੋਲਾ ਬੋਲੀਏ ਤੇ ਫਿਰ ਫੇਰ ਦਾ ਮਹਿਣਾ ਬਣ ਜਾਂਦਾ ਹੈ। ਉਹਨੂੰ ਇਹ ਪੁੰਨ, ਇਹ ਫਲ ਪ੍ਰਾਪਤ ਹੋ ਜਾਂਦਾ ਹੈ। ਪਰਮਾਨੰਦੀ ਸਰੋਤਾ ਭਗਤਾ ਸਕਲ ਨਿਸਤਰੈ। ਮਹਾਰਾਜ ਕਲਗੀਧਰ ਜੀ ਕਹਿੰਦੇ ਸਰੋਤਾ ਸੁਣਨ ਵਾਲਾ ਵੀ ਤੇ ਭਗਤਾ ਕਥਾ ਕਰਨ ਵਾਲਾ ਵੀ ਸਕਲ ਸਾਰੇ ਹੀ ਨਿਸਤਰੈ ਤਰ ਜਾਂਦੇ ਨੇ, ਭਲਾ ਹੋ ਜਾਂਦਾ ਹੈ। ਜਿਨ੍ਹਾਂ ਕਥਾ ਸੁਣੀ, ਪਾਠ ਸੁਣਿਆ, ਸੰਥਿਆ ਸੁਣੀ, ਤੇ ਜਿਨ੍ਹਾਂ ਨੇ ਕਥਾ ਕਰਕੇ ਸੁਣਾਈ ਜਾਂ ਸੰਥਿਆ ਕਰਵਾਈ ਜਾਂ ਪਾਠ ਸੁਣਾਇਆ, ਉਹ ਸਾਰੇ ਹੀ ਧਰ ਜਾਂਦੇ ਹਨ। ਸਾਵਧਾਨ ਹੈ ਪਠਨ ਸ਼ਰਵਣ ਕਰੈ। ਮਹਾਰਾਜ ਸਾਹਿਬ ਜੀ ਕਹਿੰਦੇ ਐਵੇਂ ਨਹੀਂ, ਤਿਆਰ ਪਰ ਤਿਆਰ ਹੋ ਕੇ, ਸਾਵਧਾਨ ਮੈਨੇ ਤਿਆਰ ਪਰ ਤਿਆਰ, ਇਸ਼ਨਾਨ ਆਦਿ ਕਿਰਿਆ ਆਦਿ ਕਰਕੇ ਸੁਚੇਤ ਹੋ ਕੇ ਇਹ ਗ੍ਰੰਥ ਨੂੰ ਪੜ੍ਹੇ ਤੇ ਇਹ ਗ੍ਰੰਥ ਨੂੰ ਸੁਣਨਾ ਕਰੇ। ਗ੍ਰੰਥ ਮਹਾਤਮ ਕਰਿਓ ਨਾ ਜਾਹੀ। ਹਾਂ, ਕਰਿਓ ਦੀ ਜਗ੍ਹਾ ਤੇ ਕਹਿਓ ਪਾਠ ਮੁੱਖ ਹੈ। ਨਾਮਧਾਰੀਆਂ ਦੇ ਪਾਸ ਜਿਹੜੀ ਭੀੜ ਹੈ, ਗਿਆਨੀ ਚੰਦਾ ਸਿੰਘ ਜੀ ਜਾਂ ਵੱਡੇ ਆਕਾਰ ਦੀ ਛਾਪੇ ਦੀ ਭੀੜ, ਉਹਨਾਂ ਵਿੱਚ ਕਹਿਓ ਲਿਖਿਆ ਕੱਕਾ ਹਾਹਾ ਤੇ ਦੁੱਤ ਜੇ ਨੋੜਾ, ਕਰਿਓ ਦੂਜਾ ਹੈ। ਗ੍ਰੰਥ ਦਾ ਮਹਾਤਮ ਕਹਿਆ ਨਹੀਂ ਜਾ ਸਕਦਾ ਜਾਂ ਕੀਤਾ ਨਹੀਂ ਜਾ ਸਕਦਾ ਵਰਣਨ ਅੱਖਰਾਂ ਵਿੱਚ। ਸੰਖੇਪ ਕਰ ਵਰਣਿਓ ਤੁਮ ਪਾਹੀ। ਖਾਲਸਾ ਜੀ ਸੰਖੇਪ ਕਰਕੇ ਤੁਹਾਡੇ ਤਾਈਂ ਦੱਸਿਆ ਹੈ। ਜਿਨ੍ਹਾਂ ਨੇ ਨੀਲੇ ਰੰਗ ਦੇ ਬਾਣੇ ਧਾਰੇ ਨੇ, ਉਹਨਾਂ ਤੇ ਮਹਾਰਾਜ ਦੀ ਜ਼ਿਆਦਾ ਖੁਸ਼ੀ ਹੈ। ਜਿਨ੍ਹਾਂ ਨੇ ਨੀਲਾਂਬਰੀ ਕੱਪੜੇ ਪਹਿਨ ਕੇ ਤੇ ਇਹ ਗ੍ਰੰਥ ਨੂੰ ਪੜ੍ਹਿਆ ਹੈ, ਸੁਣਿਆ ਹੈ, ਵਿਚਾਰਿਆ ਹੈ, ਉਹਨਾਂ ਤੇ ਮਹਾਰਾਜ ਦੀ ਬੇਅੰਤ ਖੁਸ਼ੀ ਹੈ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਗ੍ਰੰਥ ਦਾ ਮਹਾਤਮ ਜਿਹੜਾ ਹੈ ਸੰਖੇਪ ਕਰਕੇ ਤੁਹਾਡੇ ਤਾਈਂ ਕਹਿਣਾ ਕੀਤਾ ਹੈ। ਦੋਹਰਾ ਸਰਬ ਲੋਹ ਕੀ ਜੇ ਸ਼ਰਨ ਪਰੇ। ਮਹਾਰਾਜ ਸਾਹਿਬ ਜੀ ਓੜਕ ਕਹਿੰਦੇ ਨੇ ਜਿਹੜਾ ਸਰਬਲੋਹ ਗ੍ਰੰਥ ਦੀ ਸ਼ਰਨ ਵਿੱਚ ਪੈਂਦਾ ਹੈ, ਜਿਹੜਾ ਆ ਕੇ ਚਰਨਾਂ ਦੇ ਵਿੱਚ ਡਿੱਗ ਪੈਂਦਾ ਹੈ, ਹਾਰ ਭਰਿਓ ਤੋਂ ਦੁਆਰੇ, ਹਾਰ ਕੇ ਆਉਂਦਾ ਹੈ। ਮਹਾਰਾਜ ਕੋਈ ਚਾਰਾ ਨਹੀਂ, ਤੁਸੀਂ ਰੱਖ ਲਓ, ਤੁਹਾਡੇ ਤੋਂ ਅੱਗੇ ਹੁਣ ਦੁਨੀਆ ਵਿੱਚ ਹੋਰ ਕੋਈ ਧਿਰ ਨਹੀਂ ਦਿਸਦੀ। ਤਾਂ ਕਾ ਹੋਤ ਉਧਾਰ। ਮਹਾਰਾਜ ਸਾਹਿਬ ਜੀ ਕਹਿੰਦੇ ਉਹਦਾ ਉਧਾਰ ਹੋ ਜਾਂਦਾ ਹੈ, ਉਹ ਤਰ ਜਾਂਦਾ ਹੈ। ਅਕਾਲ ਪੁਰਖ ਕੀ ਰਚਿਆ ਹਮਨੇ, ਸਰਬਲੋਹ ਦੀ ਰਚਿਆ ਹਮਨੇ। ਉਹੀ ਇਹ ਸਰਬਲੋਹ ਅਵਤਾਰ ਹੈ ਜਿਹਨੂੰ ਅਕਾਲ ਉਸਤਤ ਵਿੱਚ ਮਹਾਰਾਜ ਨੇ ਅਰਾਧਿਆ। ਕਹਿੰਦੇ ਜਿਹੜਾ ਚਰਨ ਵਿੱਚ ਪੈਂਦਾ ਹੈ ਉਹਦਾ ਉਧਾਰ ਹੋ ਜਾਂਦਾ ਹੈ। ਜਜੈ ਭਜੈ ਸਰਬਲੋਹ ਜੂ। ਜਜੈ ਪੋਲਾ ਬੋਲੀਦਾ ਹੈ ਪੂਜਾ ਦੇ ਅਰਥ ਵਿੱਚ। ਜਿਹੜਾ ਪੂਜਾ ਕਰਦਾ ਹੈ, ਭਜੈ ਭਜਨ ਕਰਦਾ ਹੈ। ਭਜਨ ਕਿਵੇਂ ਕਰਨਾ ਹੈ? 4 ਤੁਕਾਂ ਨੇ ਅਕਾਲ ਪੁਰਖ ਕੀ ਰਚਿਆ ਹਮਨੇ, ਸਰਬਲੋਹ ਦੀ ਰਚਿਆ ਹਮਨੇ, ਸਰਬਕਾਲ ਜੀ ਦੀ ਰਚਿਆ ਹਮਨੇ, ਸਰਬਲੋਹ ਜੀ ਦੀ ਸਦਾ ਰਚਿਆ ਹਮਨੇ। ਇਹ 4 ਤੁਕਾਂ ਦਾ ਹੀ ਭਜਨ ਕਰਨਾ ਹੈ। ਮਹਾਰਾਜ ਕਲਗੀਧਰ ਜੀ ਖੁਦ ਇਹਨਾਂ ਤੁਕਾਂ ਦਾ ਭਜਨ ਕਰਦੇ ਕਰਾਉਂਦੇ ਰਹੇ। ਬਾਬੇ ਬੰਦੇ ਬਹਾਦਰ ਨੂੰ ਮਹਾਰਾਜ ਨੇ ਭਜਨ ਕਰਨ ਨੂੰ ਕਿਹਾ। ਬਾਬਾ ਗੁਰਬਖਸ਼ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਜਿਨ੍ਹਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ ਬੁੰਗਾ ਹੈ, ਗੁਰੂ ਖਾਲਸਾ ਜੀ ਇਹ ਤੁਕਾਂ ਦਾ ਭਜਨ ਕਰਦੇ ਸਨ। ਪੰਥ ਪ੍ਰਕਾਸ਼ ਵਿੱਚ ਆਉਂਦਾ ਹੈ ਅਕਾਲ ਪੁਰਖ ਕੀ ਰਚਿਆ ਉਚਾਰਿਆ। ਉਹ ਅਕਾਲ ਪੁਰਖ ਦੀ ਰੱਖਿਆ ਵਾਲੇ ਇਹ ਜੋ 4 ਤੁਕਾਂ ਸ਼ਬਦ ਹੈ ਇਹਦਾ ਭਜਨ ਕਰਦੇ ਸੀ, ਇਹਨੂੰ ਜਪਦੇ ਸੀ। ਸੋ ਕਹਿੰਦੇ ਇਹਦਾ ਭਜਨ ਕਰੇ, ਪੂਜਾ ਕਰੇ। ਪੂਜਾ ਕਿਵੇਂ ਕਰਨੀ ਹੈ? ਪੂਜਾ ਦਾ ਪੰਚਾਂਗ ਪਿੱਛੇ ਦੱਸਿਆ ਹੈ। ਕਥਾ ਵਿੱਚ ਕਵਚ, ਅਸਤੋਤਰ, ਸਹੰਸਰਨਾਮਾ, ਗੀਤਾ, ਹਿਰਦੇ ਆਦਿ ਪੜ੍ਹ ਕੇ ਗੁਰੂ ਖਾਲਸਾ ਜੀ ਪੂਜਾ ਕਰੇ, ਭਜਨ ਕਰੇ। ਜੂ ਜੀ ਦਾ ਮਹਿਨਾ ਹੈ
ਪਟਨੇ ਦੇ ਵਿੱਚ ਗੁਰੂ ਖਾਲਸਾ ਜੀ ਨੂੰ ਜੂ ਕਰਕੇ ਬੋਲਦੇ ਨੇ। ਸੁਗਮ ਤਰੈ ਸੰਸਾਰ, ਮਹਾਰਾਜ ਕਹਿੰਦੇ ਉਹ ਸੁਗਮ ਸੌਖਿਆ ਹੀ ਸੰਸਾਰ ਤੋਂ ਤਰ ਜਾਂਦਾ ਹੈ। ਇਹ ਮਹਾਤਮ ਮਹਾਰਾਜ ਨੇ ਇਸ ਗ੍ਰੰਥ ਦਾ ਦੱਸਿਆ ਹੈ। ਇਤ ਸ੍ਰੀ ਗ੍ਰੰਥ ਮਹਾਤਮੇ, ਇਤ ਸ੍ਰੀ ਪੂਰਾ ਹੋਇਆ ਹੈ ਜੋ ਸਰਬਲੋ ਪ੍ਰਕਾਸ਼ ਗ੍ਰੰਥ ਦਾ ਮਹਾਤਮ ਹੈ। ਇਹਨੂੰ ਪੜਨ ਦਾ ਫਲ ਹੈ। ਪੰਚੋਪਚਾਰ ਪੂਜਨ ਬਿਦ ਅਸਤੁਤ, ਅਸਤੁਤ ਮੈਨੇ ਉਸਤਤ ਅਸਤੋਤਰ, 5 ਪ੍ਰਕਾਰ ਦੀ 5 ਅੰਗਾਂ ਦੇ ਨਾਲ, 5 ਯਤਨ ਕਹਿ ਲੋ ਜਾਂ ਪੰਚਾਂਗ ਕਹਿ ਲੋ। ਪੰਚੋਪਚਾਰ ਦਾ ਮੈਨਾ ਹੈ 5 ਤਰੀਕੇ। 5 ਤਰੀਕਿਆਂ ਦੇ ਨਾਲ ਪੂਜਾ ਕਰਨ ਦੀ ਜੋ ਵਿਧੀ ਹੈ, ਭਗਵਾਨ ਦਾ ਜਿਵੇਂ ਅਸਤੋਤਰ ਕਰਨਾ ਹੈ, ਜਿਵੇਂ ਉਹਦੀ ਉਸਤਤ ਕਰਨੀ ਹੈ। ਅਸਤੋਤਰ ਦਾ ਨਾਮ ਵੀ ਹੈ ਤੇ ਉਸਤਤ ਦਾ ਵੀ ਹੈ। 5 ਪ੍ਰਕਾਰ ਦੇ ਤਰੀਕੇ ਕਰਕੇ ਜਿਵੇਂ ਪੂਜਾ ਦੀ ਵਿਧੀ ਕਰਨੀ ਹੈ, ਜਿਵੇਂ ਸਰਬਲੋ ਦੀ ਉਸਤਤ ਕਰਨੀ ਹੈ, ਉਹ ਪ੍ਰਸੰਗ ਪੂਰਾ ਹੋਇਆ ਹੈ। ਉਹ ਪ੍ਰਸੰਗ ਨਿਰੂਪਣ ਕਰ ਦਿੱਤਾ ਹੈ। ਸਰੋਤਾ ਬਖਤਾ ਉਪਦੇਸ਼ੋ ਪਖਿਆਨ, ਮਹਾਰਾਜ ਸਾਹਿਬ ਜੀ ਕਹਿੰਦੇ ਸਰੋਤਾ ਸੁਣਨ ਵਾਲਾ ਤੇ ਬਖਤਾ ਗੁਰੂ ਖਾਲਸਾ ਜੀ ਬਕਣ ਵਾਲਾ, ਉਚਾਰਨ ਵਾਲਾ, ਕਹਿਣ ਵਾਲਾ। ਤੇ ਪਖਿਆਨ ਨਾਮ ਪ੍ਰਸੰਗ ਦਾ ਹੈ। ਉਪਦੇਸ਼ੋ ਪਖਿਆਨ ਇਕੱਠਾ ਹੀ ਹੈ। ਉਪਦੇਸ਼ ਉਪਖਿਆਨ, ਸਰੋਤੇ ਨੂੰ ਕੀ ਉਪਦੇਸ਼ ਹੈ ਤੇ ਬਖਤੇ ਨੂੰ ਕੀ ਉਪਦੇਸ਼ ਹੈ। ਸਰੋਤਾ ਨੂੰ ਕੀ ਫਲ ਹੈ ਤੇ ਬਖਤੇ ਨੂੰ ਕੀ ਫਲ ਹੈ। ਕੈਸੀ ਮਰਿਆਦਾ ਕਰਨੀ ਹੈ ਦੋਨਾਂ ਨੇ। ਬਖਤਾ ਪਾਠੀ ਹੋਵੇ, ਸੰਥਿਆ ਪਾਠੀ, ਤੇ ਸੁਣਨ ਵਾਲਾ ਪ੍ਰੇਮਾ ਭਗਤੀ ਕਰੇ, ਪੂਜਾ ਕਰੇ, ਕਿਹੋ ਜਿਹੇ ਉਤਸਵ ਕਰੇ। ਉਹ ਸਾਰਾ ਹੀ ਜੋ ਸਰੋਤੇ ਤੇ ਬਖਤੇ ਨੂੰ ਉਪਦੇਸ਼ ਦਾ ਪ੍ਰਸੰਗ ਹੈ। ਸਮਾਪਤ ਮਸਤ, ਉਹ ਸਮਾਪਤ ਹੋਇਆ ਹੈ। ਸਮਾਪਤ ਤੱਤੇ ਨੂੰ ਸਿਆਰੀ ਨਹੀਂ ਹੈ ਤੇ ਮਸਤ ਪਿਛਲੇ ਤੱਤੇ ਨੂੰ ਔਂਕੜ ਹੈ। ਇਕੱਠਾ ਹੀ ਹੈ ਸਮਾਪਤ ਮਸਤ। ਅਰਥ ਵੇਲੇ ਸਮਾਪਤਮ ਅਸਤੂ, ਅਸਤੂ ਮੈਨੇ ਹੋਵੇ, ਇਹ ਸਮਾਪਤ ਹੋਵੇ। ਅੱਗੇ ਹੈ ਸ਼ੁਭ ਮਸਤ, ਇਕੱਠਾ ਹੀ ਹੈ ਸ਼ੁਭਮ ਅਸਤੂ, ਭਲਾ ਹੋਵੇ। ਜਿਹੜਾ ਇਹ ਪੜ੍ਹੇ ਉਹਦਾ ਭਲਾ ਹੋਵੇ। ਅੱਗੇ ਗੁਰੂ ਖਾਲਸਾ ਜੀ ਸਿੱਧ ਰਸਤ, ਸੱਸੇ ਸਿਆਰੀ, ਤੱਦੇ ਸਿਆਰੀ, ਰਾਰਾ ਸੱਸਾ ਤੇ ਤੱਤੇ ਨੂੰ ਔਂਕੜ। ਅਰਥ ਬਣੇਗਾ ਸਿੱਧੁਰ ਅਸਤੂ। ਸਿੱਧੁਰ ਮੈਨੇ ਸੰਪੂਰਨ, ਸਿੱਧੁਰ ਅਸਤੂ ਸੰਪੂਰਨ, ਅਸਤੂ ਮੈਨੇ ਹੋਵੇ ਤੇ ਸੁਭਮ ਮੈਨੇ ਚੰਗਾ ਤੇ ਭਾਉ ਮੈਨੇ ਹੋ ਗਿਆ ਹੈ। ਕਹਿੰਦੇ ਹੁਣ ਇਹ ਪ੍ਰਸੰਗ ਪੂਰਾ ਹੋਵੇ ਤੇ ਚੰਗਾ ਹੋਇਆ ਹੈ ਜੋ ਇਹ ਪ੍ਰਸੰਗ ਮਹਾਰਾਜ ਨੇ ਕਿਰਪਾ ਕਰਕੇ ਪੂਰਾ ਕਰਵਾ ਲਿਆ ਹੈ। ਐਸਾ ਮਹਾਰਾਜ ਨੇ ਇਹ ਆਪ ਸੰਗਤਾਂ ਨੂੰ ਸਰਵਣ ਕਰਵਾਇਆ ਹੈ। ਹੋਈ ਭੁਲ ਚੁੱਕ ਦੀ ਖਿਮਾ ਜੀ। ਦੋਹਰਾ ਸਰਬ ਲੋਕੀ ਜੇ ਸਰਨ ਪਰੇ, ਤਾਂ ਕਾ ਹੋਤੇ ਉਧਾਰ। ਜਜੈ ਭਜੈ ਸਰਬ ਲੋਜੂ, ਸੁਗਮ ਤਰੈ ਸੰਸਾਰ। ਇਤ ਸ੍ਰੀ ਗ੍ਰੰਥ ਮਹਾਤਮੇ, ਪੰਚੋਪਚਾਰ ਪੂਜਨ ਬਿਦ ਅਸਤੁਤ। ਸਰੋਤਾ ਬਖਤਾ ਉਪਦੇਸ਼ੋ ਪਖਿਆਨ, ਸਮਾਪਤ ਮਸਤ ਸੁਭ ਮਸਤ। ਸਿੱਧ ਰਸਤ ਸੁਭੰ ਭਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।